ਸਤਨਾਮ ਵਾਹਿਗੁਰੂ ਸਾਹਿਬ ਜੀਓ। ਜਿਨ ਇੱਕ ਮਨ ਨਾਮ ਧਿਆਇਆ, ਗੁਰਮਤਿ ਵਿਚਾਰ ਤਿਨ ਕੇ ਮੁਖ ਸਾਧੇ ਉਜਲੇ, ਤਿਤ ਸਚੈ ਦਰਬਾਰ ਹੋਏ ਅੰਮ੍ਰਿਤ ਪੀਵੈ ਸਦਾ ਸਦਾ, ਸੱਚੇ ਨਾਮ ਪਿਆਰ। ਓ ਅੰਮ੍ਰਿਤ ਪੀਵੈ ਸਦਾ ਸਦਾ, ਸੱਚੇ ਨਾਮ ਪਿਆਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਿਰੰਕਾਰ ਸੱਚੇ ਪਾਤਸ਼ਾਹ ਵੱਲੋਂ ਜੋ ਕਿਰਪਾ ਹੋ ਰਹੀ ਹੈ, ਆਓ ਮਾਝ ਰਾਗ ਚੱਲ ਰਿਹਾ ਹੈ। ਮਾਝ ਜੋ ਮਾਝੇ ਦਾ ਰਾਗ ਹੈ, ਕਿਰਪਾ ਕਰ ਰਹੇ ਨੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ। ਸਤਿਗੁਰ ਸੱਚੇ ਪਾਤਸ਼ਾਹ ਇਸ ਰਾਗ ਦੇ ਵਿੱਚ ਉਸ ਅਕਾਲ ਪੁਰਖ ਨਿਰੰਕਾਰ ਵਾਹਿਗੁਰੂ ਦੀ ਵਡਿਆਈ ਤੇ ਉੱਥੇ ਉਸ ਦੇ ਚਰਨਾਂ ਦੇ ਵਿੱਚ ਖੜ ਕੇ ਅਰਦਾਸ ਬੇਨਤੀ ਕਰਨ ਦੇ ਅੰਦਾਜ਼ ਸਿਖਾਉਂਦੇ ਨੇ। ਭਾਈ ਆਖਦੇ ਨੇ ਜੀਵਨ ਸਫਲ ਕਰਨਾ, ਇਸ ਬਾਣੀ ਨੂੰ ਹਿਰਦੇ ਦੇ ਵਿੱਚ ਵਸਾ ਲਾ। ਹੁਣ ਸਤਿਗੁਰ ਸੱਚੇ ਪਾਤਸ਼ਾਹ ਜੀ ਗੁਰੂ ਕੀ ਸੰਗਤ ਨੂੰ ਉਪਦੇਸ਼ ਦਿੰਦੇ ਨੇ। ਜਦੋਂ ਸੰਗਤ ਨੇ ਪੁੱਛਿਆ ਵੀ ਵਾਹਿਗੁਰੂ ਜੀ, ਜਿਹੜੀ ਤੁਸੀਂ ਬਾਣੀ ਪੜ੍ਹਦੇ ਹੋ, ਇਸ ਬਾਣੀ ਦਾ ਸਾਨੂੰ ਗਿਆਨ ਦੇਵੋ ਕਿ ਇਸ ਰੂਪ ਦੇ ਵਿੱਚ ਇਸ ਸੰਸਾਰ ਦੇ ਉੱਤੇ ਆਈ ਔਰ ਕਦੋਂ ਦੀ ਆਈ ਹੋਈ ਹੈ। ਸਤਿਗੁਰ ਸੱਚੇ ਪਾਤਸ਼ਾਹ ਆਖਦੇ ਨੇ ਕਿ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਜਲਨ ਬੂਝੀ ਸੀਤਲ ਭੈ ਮਨੁਆ, ਹੋਏ ਮਨੁ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੇ ਸੇਵਕ ਜਨਮਾਨੇ, ਪ੍ਰਤੱਖ ਗੁਰੂ ਨਿਸਤਾਰੇ। ਤੁਰਕੀ ਬਾਣੀ ਆਈ। ਇਹ ਤਾਂ ਭਾਈ ਸੰਸਾਰ ਤੋਂ ਹੋਂਦ ਦੀ, ਸੰਸਾਰ ਦੀ ਹੋਂਦ ਤੋਂ ਪਹਿਲਾਂ ਹੀ ਪ੍ਰੀਤਮ ਅਕਾਲ ਪੁਰਖ ਵਾਹਿਗੁਰੂ ਨੇ ਇੱਥੇ ਸੰਸਾਰ ਦੇ ਉੱਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਭੇਜੀ ਹੋਈ। ਔਰ ਇਹ ਬਾਣੀ ਜਿਸ ਨੂੰ ਸਤਿਗੁਰ ਸੱਚੇ ਪਾਤਸ਼ਾਹ ਨੇ ਗਿਆਨ ਦਾ ਸਾਗਰ ਆਖਿਆ ਹੈ, ਔਰ ਇਹ ਵੀ ਕਹਿੰਦੇ ਨੇ ਵੀ ਜੇ ਕੋਈ ਇਹਦੇ ਵਿੱਚੋਂ ਇੱਕ ਚਮਚਾ ਹੀ ਚੱਖ ਲਵੇ ਗਿਆਨ ਦੇ ਸਾਗਰ ਦੇ ਵਿੱਚੋਂ, ਤਾਂ ਜੀਵਨ ਇਹਦੂ ਸੰਸਾਰ ਦੇ ਉੱਤੇ ਉਹ ਸਫਲ ਕਰ ਲੈਂਦਾ ਹੈ। ਆਓ ਨਿਰੰਕਾਰ ਸੱਚੇ ਪਾਤਸ਼ਾਹ ਜੀ ਗੁਰੂ ਕੀ ਸੰਗਤ ਨੂੰ ਉਪਦੇਸ਼ ਦਿੰਦੇ ਨੇ। ਸ੍ਰੀ ਅੰਮ੍ਰਿਤਸਰ ਬੈਠ ਕੇ ਦਰਬਾਰ ਸਾਹਿਬ ਦੇ ਵਿੱਚ, ਤੇ ਉੱਥੇ ਕਿਸ ਰੂਪ ਦੇ ਵਿੱਚ, ਕਿਸ ਪ੍ਰੇਮ ਦੇ ਵਿੱਚ ਭਿੱਜ ਕੇ, ਕਿੰਨੀ ਨਿਮਰਤਾ ਦੇ ਵਿੱਚ ਨਿਰੰਕਾਰ ਸੱਚੇ ਪਾਤਸ਼ਾਹ ਜੀ ਆ ਕੇ ਇਹ ਬਾਣੀ ਦੀ ਵਡਿਆਈ ਕਰਦੇ ਹਨ। ਮਾਝ ਮਹਿਲਾ ਪੰਜਵਾਂ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਦੇਖੋ, ਆਪ ਬਾਣੀ ਦੇ ਕਰਤੇ ਨੇ, ਆਪ ਬਾਣੀ ਦੇ ਦਾਤੇ ਨੇ। ਗੁਰੂ ਨਿਰੰਕਾਰ ਸੱਚੇ ਪਾਤਸ਼ਾਹ, ਧੰਨ ਧੰਨ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਦੀ ਜੋਤ ਹੀ ਹਰ ਘਟ ਦੇ ਵਿੱਚ ਰਹਿਮਤ ਕਰ ਰਹੀ ਸੰਸਾਰ ਦੇ ਉੱਤੇ। ਇਸ ਸੰਸਾਰ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਦੀ ਵਰਖਾ ਕਰ ਕਰਕੇ ਸੀਤਲਤਾ ਦੇ ਵਿੱਚ ਲੈ ਕੇ ਜਾਂਦੇ ਨੇ। ਇੱਥੇ ਇੱਕ ਐਸੇ ਸਰਗੁਣ ਸਰੂਪ ਦੇ ਵਿੱਚ ਹੋ ਕੇ ਨਿਰੰਕਾਰ ਕਿਰਪਾ ਕਰਦੇ ਨੇ। ਕਹਿੰਦੇ ਨੇ, ਹੇ ਪ੍ਰੀਤਮ ਵਾਹਿਗੁਰੂ ਨਿਰੰਕਾਰ ਸੱਚੇ ਪਾਤਸ਼ਾਹ ਜੀ, ਉਹ ਇਹ ਜਿਹੜੀ ਆਪ ਜੀ ਦੀ ਬਾਣੀ ਹੈ ਅੰਮ੍ਰਿਤ, ਸਦਾ ਹੀ ਅਮਰ ਰਹਿਣ ਵਾਲੀ। ਹਰ ਚੀਜ਼ ਜਿਹੜੀ ਹੈ ਉਹ ਮਿੱਥ ਹੈ, ਹਰ ਚੀਜ਼ ਦਾ ਅੰਤ ਹੋਣਾ, ਪਰ ਇਹ ਗੁਰਬਾਣੀ ਦਾ ਅੰਤ ਕਦੀ ਨਾ ਆਇਆ, ਨਾ ਆਉਣਾ, ਨਾ ਕਦੀ ਆਵੇਗਾ। ਇਹ ਸਦਾ ਹੀ, ਜਿੰਨਾ ਚਿਕਰ ਨਿਰੰਕਾਰ ਨੂੰ ਪਾਇਆ ਤਿੰਨੇ ਭਵਨ ਨੇ, ਲੋਕ ਪਰਲੋਕ ਨੇ, ਨਿਰੰਕਾਰ ਨੇ ਨੇਕਾਂ ਧਰਤੀਆਂ ਤੇ ਜੋ ਸਤਿਗੁਰ ਸੱਚੇ ਪਾਤਸ਼ਾਹ ਨੇ ਆਕਾਸ਼ ਪਤਾਲ ਸਾਜੇ ਹੋਏ ਨੇ, ਜਿੰਨਾ ਚਿਕਰ ਉਹਦੀ ਰਜ਼ਾ ਹੈ ਉਹਨਾਂ ਚਿਕਰ ਇਹ ਰਹਿਣਗੇ। ਭਾਈ ਸਾਡਾ ਆਉਣਾ ਜਾਣਾ ਤਾਂ ਖਤਮ ਹੋ ਜਾਏਗਾ,
ਪਰ ਇਹ ਚੀਜ਼ਾਂ ਇੱਥੇ ਰਹਿਣਗੀਆਂ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਸਦਾ ਅਮਰ ਰਹਿਣ ਵਾਲੀ ਜਿਹੜੀ ਤੇਰੀ ਬਾਣੀ ਹੈ, ਪਹਿਲਾਂ ਵੀ ਅਮਰ ਸੀ, ਅੱਜ ਵੀ ਅਮਰ ਹੈ, ਅਗਾਂਹ ਵੀ ਅੰਮ੍ਰਿਤ ਰੂਪੀ ਅਮਰ ਹੀ ਰਹੇਗੀ। ਕਹਿੰਦੇ ਜਦੋਂ ਮੈਂ ਆਪ ਜੀ ਦੀ ਇਹ ਬਾਣੀ ਸੁਣਦਾ ਹਾਂ, ਹੁਣ ਸੁਣਨ ਨੂੰ ਮਹੱਤਤਾ ਦਿੱਤੀ ਆ, ਕਹਿੰਦੇ ਸੁਣਦੇ ਨਾਲ ਹੀ ਮੈਨੂੰ ਪਰਮ ਗਤੀ ਪ੍ਰਾਪਤ ਹੋ ਜਾਂਦੀ ਹੈ, ਮੈਨੂੰ ਮੋਖ ਦੁਆਰ ਦਾ ਗਿਆਨ ਹੋ ਜਾਂਦਾ ਹੈ। ਜਲਨ ਬੁਝੀ ਸੀਤਲ ਹੋਏ ਮਨੁਆ, ਦਸ ਸਤਿਗੁਰ ਕਾ ਦਰਸ਼ਨ ਪਾਏ ਜਿਉ। ਮੇਰੇ ਅੰਦਰ ਜੋ ਵਿਕਾਰਾਂ ਦੀ ਅੱਗ ਲੱਗੀ ਹੋਈ ਹੈ, ਹਉਮੈ ਦੀ ਅੱਗ ਦੀਆਂ ਨਦੀਆਂ ਚੱਲ ਰਹੀਆਂ ਨੇ, ਹੰਸ ਹੇਤ ਲੋਭ ਕੋ ਵਿਚਾਰੇ ਨਦੀਆਂ ਅੱਗ। ਕਹਿੰਦੇ ਵੀ ਜਿਸ ਵੇਲੇ ਮੈਂ ਸਤਿਗੁਰ ਜੀ ਆਪ ਜੀ ਦੇ ਦਰਸ਼ਨ ਹੀ ਕਰਦਾ ਹਾਂ, ਇਸ ਬਾਣੀ ਦੇ ਦਰਸ਼ਨ ਹੀ ਕਰਦਾ ਹਾਂ, ਉਸੇ ਵੇਲੇ ਹੀ ਮੈਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਸੀਤਲਤਾ ਪ੍ਰਾਪਤ ਹੋ ਜਾਂਦੀ, ਮੇਰਾ ਮਨ ਇੱਕਦਮ ਸ਼ਾਂਤ ਹੋ ਜਾਂਦਾ ਹੈ। ਸੁਖ ਭਇਆ ਦੁਖ ਦੂਰ ਪਰਾਨਾ, ਸੰਤ ਰਸਨ ਹਰ ਨਾਮ ਵਖਾਨਾ। ਆਪ ਜੀ ਦੇ ਬਖਸ਼ਿਆਂ ਵੱਲੋਂ ਜਿਸ ਵੇਲੇ ਮੈਂ ਸਤਿਗੁਰ ਜੀ ਆਪ ਦੀ ਬਾਣੀ ਦੀ ਵਡਿਆਈ ਸੁਣਦਾ ਹਾਂ, ਨਾਮ ਦੀ ਵਡਿਆਈ ਸੁਣਦਾ ਹਾਂ, ਉਹਨਾਂ ਦੀ ਕਿਰਪਾ ਦੇ ਨਾਲ ਮੈਂ ਨਾਮ ਨੂੰ ਪਛਾਣਦਾ ਹਾਂ, ਤਾਂ ਮੇਰੇ ਅੰਦਰ ਸਤਿਗੁਰ ਸੱਚੇ ਪਾਤਸ਼ਾਹ ਜੀ ਜਿਹੜਾ ਸੁੱਖ ਹੈ ਉਹ ਆਣ ਕੇ ਘਰ ਕਰ ਲੈਂਦਾ ਹੈ। ਜਿਹੜੇ ਅਨੇਕਾਂ ਤਰ੍ਹਾਂ ਦੇ ਵਿਕਾਰੀ ਦੁੱਖ ਨੇ ਸਾਰੇ ਦੂਰ ਹੋ ਜਾਂਦੇ ਹਨ। ਜਲ ਥਲ ਨੀਰ ਪਰੇ ਸਰਸੋ ਪਰ, ਬਿਰਥਾ ਕੋਈ ਨਾ ਜਾਏ ਜਿਉ। ਇੱਥੇ ਸਤਿਗੁਰ ਰਹਿਮਤ ਕਰਦੇ ਨੇ, ਆਖਦੇ ਨੇ ਜਿੱਦਾਂ ਕਿ ਸੰਸਾਰ ਦੇ ਉੱਤੇ ਬੱਦਲ ਨੇ, ਜਲ ਥਲ ਨੀਰ ਭਰੇ ਸਰਸੋ ਪਰ। ਕਹਿੰਦੇ ਪਾਣੀ ਨੂੰ ਚੱਕ ਕੇ ਇਹ ਬੱਦਲ ਅਸਮਾਨ ਦੇ ਵਿੱਚ ਜਾਂਦੇ ਨੇ, ਫਿਰ ਵਰਖਾ ਕਰਦੇ ਨੇ, ਔਰ ਉਹ ਜਲ ਤੇ ਥਲ, ਜਲ ਸਮੁੰਦਰ ਤੇ ਥਲ ਧਰਤੀ, ਹਰ ਇੱਕ ਜਗ੍ਹਾ ਦੇ ਉੱਤੇ ਇੱਕ ਰੂਪ ਹੀ ਵਰਖਾ ਕਰਦੇ ਨੇ। ਇਹ ਨਹੀਂ ਕਦੀ ਸੋਚਦੇ ਮਨ ਦੇ ਵਿੱਚ ਇਹ ਜਿਹੜਾ ਜਲ ਹੈ ਨਾ, ਸਮੁੰਦਰ ਹੈ, ਇਹ ਮੇਰਾ ਰੂਪ ਹੈ। ਪਾਣੀ ਇਹ ਨਹੀਂ ਕਹਿੰਦਾ ਵੀ ਮੈਂ ਇੱਥੇ ਜ਼ਿਆਦਾ ਵਰਸਾਂ ਤੇ ਜਿਹੜੀ ਧਰਤੀ ਹੈ ਮੇਰਾ ਰੂਪ ਨੇ, ਮੈਂ ਇੱਥੇ ਥੋੜੇ ਵਰਸਾਂ। ਨਹੀਂ, ਕਹਿੰਦੇ ਇਹ ਜਦੋਂ ਬੱਦਲ ਬਰਸਦੇ ਨੇ, ਬਰਸਾਤ ਪਾਉਂਦੇ ਨੇ, ਇਹ ਜਲ ਤੇ ਥਲ ਨੂੰ ਇੱਕ ਬਰੋਬਰ ਰੱਖ ਕੇ ਹੀ ਕਿਰਪਾ ਕਰਦੇ ਨੇ। ਸੋ ਉੱਥੇ ਜਲ ਵੀ ਭਰਦੇ ਨੇ ਤੇ ਥਲ ਵੀ ਭਰ ਜਾਂਦੇ ਨੇ। ਇਸੇ ਤਰ੍ਹਾਂ ਨਿਰੰਕਾਰ ਵਾਹਿਗੁਰੂ ਜਦੋਂ ਸੰਸਾਰ ਦੇ ਉੱਤੇ ਕਿਰਪਾ ਕਰਦੇ ਨੇ, ਜਿਹੜੀ ਹਰ ਵੇਲੇ ਹੋ ਰਹੀ ਆ, ਪਹਿਲਾਂ ਵੀ ਹੋਈ ਸੀ, ਅਗਾਂਹ ਵੀ ਹੋਏਗੀ, ਅੱਜ ਵੀ ਹੋ ਹੀ ਰਹੀ ਆ, ਸਿਰਫ ਸਾਨੂੰ ਹੀ ਪਹਿਚਾਨਣ ਦੀ ਜ਼ਰੂਰਤ ਹੈ ਗੁਰਮੁਖ ਪਿਆਰਿਓ। ਤੇ ਜਿਸ ਲਈ ਉਹਦੀ ਕਿਰਪਾ ਜਿਸ ਲਈ ਸਤਿਗੁਰ ਸੱਚੇ ਪਾਤਸ਼ਾਹ ਜੀ ਸੰਸਾਰ ਤੇ ਕਰਦੇ, ਇੱਥੇ ਇਹ ਨਹੀਂ ਦੇਖਦੇ ਕਿ ਅਮੀਰ ਹੈ, ਇਹ ਗਰੀਬ ਹੈ, ਇਹ ਕਿਹੜੀ ਜਾਤੀ ਦਾ, ਉੱਚੀ ਜਾਤੀ ਜਾਂ ਨੀਵੀਂ ਜਾਤੀ ਦਾ ਹੈ, ਕਿਹੜਾ ਰੂਪ ਇਹਦਾ ਰੰਗ ਹੈ, ਕੀ ਇਹ ਸੋਹਣਾ ਹੈ ਜਾਂ ਬਾਹਰ ਨਹੀਂ ਸੋਹਣਾ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਆਪ ਵਰਖਾ ਰਹਿਮਤ ਦੀ, ਅੰਮ੍ਰਿਤ ਦੀ ਵਰਖਾ ਜਿਹੜੀ ਕਰਦੇ ਨੇ, ਉਹ ਸਾਰਿਆਂ ਦੇ ਉੱਤੇ ਇੱਕ ਥਿਰ, ਇੱਕ ਬਰੋਬਰੀ ਹੀ ਹੈ। ਤਾਂ ਕਹਿੰਦੇ ਵਿਰਥਾ ਕੋਈ ਨਾ ਜਾਏ ਜਿਉ। ਨਿਰੰਕਾਰ ਤੇਰੇ ਪ੍ਰੇਮ ਦੀ ਅੰਮ੍ਰਿਤ ਦੀ ਵਰਖਾ ਤੋਂ ਕੋਈ ਵੀ ਸੰਸਾਰ ਤੇ ਵਿਰਥਾ ਨਹੀਂ ਜਾਂਦਾ, ਖਾਲੀ ਨਹੀਂ ਜਾਂਦਾ। ਦਇਆ ਤਾਰੀ ਤਿਨ ਸਿਰਜਨ ਹਾਰੇ, ਜੀ ਜੰਤ ਸਗਲੇ ਪ੍ਰਤ ਪਾਰੇ। ਉਸ ਮਿਹਰਬਾਨ ਦਇਆਲੂ ਕਿਰਪਾਲੂ ਨੇ ਕਿਰਪਾ ਕੀਤੀ ਇਸ ਸੰਸਾਰ ਦੇ ਉੱਤੇ, ਇਸ ਸੰਸਾਰ ਨੂੰ ਸਿਰਜਿਆ, ਸਿਰਜਣਹਾਰੇ ਬਣਾਇਆ, ਔਰ ਜੀ ਜੰਤ ਸਗਲੇ ਪ੍ਰਤ ਪਾਰੇ। ਅੱਜ ਵੀ ਆਪ ਆਪਣੀ ਰਹਿਮਤ ਦਾ ਮੀਂਹ ਵਰਸਾ ਕੇ, ਕਿਰਪਾ ਕਰਕੇ ਇਹ ਜਿਹੜੇ ਜੀਵ ਜੰਤੂ ਨੂੰ ਸਾਰਿਆਂ ਦੀ ਪ੍ਰਤਪਾਲਣਾ ਕਰਦੇ ਹਨ। ਮਿਹਰਬਾਨ ਕਿਰਪਾਲ ਦਇਆਲਾ, ਸਗਲੇ ਤ੍ਰਿਪਤ ਅਘਾਏ ਜਿਉ। ਤ੍ਰਿਪਤ ਅਘਾਏ ਦਾ ਮਤਲਬ ਹੁੰਦਾ ਹੈ ਤ੍ਰਿਪਤ, ਜਿਹੜੇ ਕਿ ਸੰਪੂਰਨ ਤੌਰ ਦੇ ਉੱਤੇ ਰੱਜ ਜਾਂਦੇ ਨੇ, ਜਿਨ੍ਹਾਂ ਨੂੰ ਫਿਰ ਆਸਾ ਤ੍ਰਿਸ਼ਨਾ ਕੋਈ ਨਹੀਂ ਰਹਿੰਦੀ, ਜਿਨ੍ਹਾਂ ਦੇ ਅੰਦਰ ਬਿਲਕੁਲ ਇੱਕ ਟਿਕਾ ਆ ਜਾਂਦਾ, ਉਹ ਭਾਈ ਤ੍ਰਿਪਤ ਹੋ ਜਾਂਦੇ ਨੇ। ਹੁਣ ਜਦੋਂ ਤੁਸੀਂ ਗੁਰਮੁਖਾਂ ਨੂੰ ਕਿਤੇ ਪ੍ਰਸ਼ਾਦਾ ਛਕਾਉਂਦੇ ਹੋ, ਜਾਂ ਜਿਸ ਵੇਲੇ ਗੁਰੂ ਘਰ ਦੇ ਵਿੱਚ ਜਾ ਕੇ ਜਾਂ ਕਿਸੇ ਹੋਰ ਜਗ੍ਹਾ ਦੇ ਉੱਤੇ ਬੈਠ ਕੇ ਪ੍ਰਸ਼ਾਦਾ ਛਕਦੇ ਹੋ, ਜਿਸ ਵੇਲੇ ਤੁਹਾਡੀ ਭੁੱਖ ਪੂਰੀ ਹੋ ਜਾਂਦੀ ਹੈ, ਤੇ ਜੇ ਗਾਹਾਂ ਸੇਵਾਦਾਰੇ ਆਣ ਕੇ ਆਖੇ ਕਿ ਪ੍ਰਸ਼ਾਦਾ ਹੋ ਲਾ, ਤੁਸੀਂ ਕਹਿੰਦੇ ਨਹੀਂ ਭਾਈ ਹੁਣ ਤਾਂ ਅਸੀਂ ਤ੍ਰਿਪਤ ਹੋ ਗਏ ਹਾਂ, ਭਰਪੂਰ ਹੋ ਗਏ ਹਾਂ, ਭਰ ਗਏ ਹਾਂ। ਸਤਿਗੁਰ ਸੱਚੇ ਪਾਤਸ਼ਾਹ ਜੀ ਵੀ ਇਸ ਕਰਕੇ ਕਿਰਪਾ ਕਰਦੇ ਨੇ, ਕਹਿੰਦੇ ਨੇ ਹੇ ਮਿਹਰਬਾਨ ਕਿਰਪਾਲੂ ਤੇ ਦਿਆਲੂ ਸਤਿਗੁਰ ਸੱਚੇ ਪਾਤਸ਼ਾਹ ਜੀ,
ਆਪ ਜੀ ਦੀ ਕਿਰਪਾ, ਆਪ ਜੀ ਦੀ ਰਹਿਮਤ ਦੇ ਨਾਲ ਇਹ ਸਾਰੇ ਸੰਸਾਰ ਦੇ ਉੱਤੇ ਜਿਹੜੇ ਤੁਸੀਂ ਜੀ ਜਗਤ ਬਣਾਏ ਨੇ, ਜਿਨ੍ਹਾਂ ਦੀ ਤੁਸੀਂ ਪ੍ਰਤਿਪਾਲਣਾ ਕਰਦੇ ਹੋ, ਸਾਰੇ ਹੀ ਨਿਰੰਕਾਰ ਆਪ ਦੀ ਕਿਰਪਾ ਦੇ ਨਾਲ ਤ੍ਰਿਪਤ ਰਹਿੰਦੇ ਹਨ। ਵਣ ਤ੍ਰਿਣ ਤ੍ਰੈ ਭਵਨ ਕੀ ਤੋ ਨ ਹਰਿਆ, ਕਰਨ ਹਾਰ ਖਿਨ ਭੀਤਰ ਕਰਿਆ। ਵਾਹਿਗੁਰੂ ਜੀ ਕਹਿੰਦੇ ਨੇ ਜਿਸ ਤਰ੍ਹਾਂ ਬਰਸਾਤ ਹੁੰਦੀ ਹੈ, ਉਹ ਵਣ ਜਿਹੜੇ ਨੇ ਜੰਗਲ ਬਿਆਮਾਨ, ਤੇ ਤ੍ਰਿਣ ਜਿਹੜਾ ਘਾਹ ਫੂਸ ਹੈ, ਸਤਿਗੁਰ ਸੱਚੇ ਪਾਤਸ਼ਾਹ ਜੀ ਹਰ ਚੀਜ਼ ਨੂੰ ਹੀ ਹਰਿਆ ਭਰਿਆ ਕਰ ਦਿੰਦੇ ਨੇ। ਕਹਿੰਦੇ ਨੇ ਉਹ ਸਾਰੇ ਖੁਸ਼ਹਾਲੀ ਦੇ ਵਿੱਚ ਆ ਜਾਂਦੇ ਨੇ। ਕਈ ਵਾਰ ਇਹ ਘਾਹ ਬੜਾ ਸੁੱਕਿਆ ਹੁੰਦਾ ਹੈ, ਜੰਗਲ ਬੜੇ ਸੁੱਕੇ ਹੁੰਦੇ ਨੇ, ਮਾਲਕ ਕਿਰਪਾ ਕਰਦੇ ਨੇ ਜਦੋਂ ਮੀਂਹ ਪੈਂਦਾ ਇਹ ਸਾਰੇ ਹਰੇ ਭਰੇ ਹੋ ਕੇ ਇਹਨਾਂ ਦੇ ਇਹ ਫਲ ਵੀ ਦਿੰਦੇ ਨੇ, ਇਹਨਾਂ ਦੀ ਹਰਿਆਵਲ, ਇਹਨਾਂ ਦੀ ਠੰਡੀ ਛਾਂ ਵੀ ਪ੍ਰਾਪਤ ਹੁੰਦੀ ਹੈ। ਕਰਨਹਾਰ ਖਿਨ ਭੀਤਰ ਕਰਿਆ, ਉਹ ਨਿਰੰਕਾਰ ਸੱਚੇ ਪਾਤਸ਼ਾਹ ਜੀ ਜਿਹੜੇ ਨੇ ਉਹਨਾਂ ਨੇ ਕਿਰਪਾ ਕੀਤੀ। ਇਸੇ ਤਰ੍ਹਾਂ ਹਰ ਜੀਵ ਦੇ ਅੰਦਰ ਬੈਠ ਕੇ, ਸਤਿਗੁਰ ਨਿਰਗੁਣ ਸਰੂਪ ਦੇ ਵਿੱਚ ਬੈਠ ਕੇ ਸਾਰਿਆਂ ਦੇ ਉੱਤੇ ਕਿਰਪਾ ਕਰਦੇ ਨੇ, ਰਹਿਮਤ ਕਰਦੇ ਨੇ। ਤਿੰਨਾਂ ਲੋਕਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਹਰਿਆ ਕਰ ਦਿੰਦੇ ਨੇ। ਤਿੰਨ ਸਰੀਰ ਸਾਡੇ ਨੇ, ਬਾਲ ਜਵਾਨੀ ਬਿਰਧ ਫੁਨ, ਤੀਨ ਅਵਸਥਾ ਜਾਨ। ਗੁਰੂ ਜੀ ਕਹਿੰਦੇ ਨੇ ਇਹ ਸਾਰਿਆਂ ਦੇ ਵਿੱਚ ਆਪਣੇ ਪਿਆਰੇ ਨੂੰ ਤ੍ਰਿਪਤ ਕਰ ਦਿੰਦੇ ਨੇ, ਆਨੰਦ ਦੇ ਵਿੱਚ ਰੱਖਦੇ ਹਨ। ਗੁਰਮੁਖ ਨਾਨਕ ਤਿਸੈ ਅਰਾਧੇ, ਮਨ ਕੀ ਆਸ ਪੁਜਾਏ ਜਿਉ। ਗੁਰੂ ਨਿਰੰਕਾਰ ਕਹਿੰਦੇ ਨੇ ਗੁਰਮੁਖੋ ਉਸ ਪ੍ਰਮਾਤਮਾ ਵਾਹਿਗੁਰੂ ਨਿਰੰਕਾਰ ਦੀ ਬੰਦਗੀ ਕਰੋ, ਜਿਹੜਾ ਸਭ ਦਾ ਮਾਲਕ ਹੈ ਤੇ ਸਭ ਦੀਆਂ ਆਸਾਂ ਪੂਰੀਆਂ ਕਰਨ ਵਾਲਾ ਹੈ। ਮਾਝ ਮਹਿਲਾ ਪੰਜਵਾਂ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਦਪ, ਤੂੰ ਮੇਰਾ ਭਰਾਤਾ। ਮੈਂ ਬੜੇ ਪਿਆਰੇ ਦੇਖੇ ਨੇ ਕਿ ਦੋ ਸ਼ਬਦ ਦਾ ਨਿਤਨੇਮ ਕਰਦੇ ਨੇ ਜਾਂ ਘਰਾਂ ਦੇ ਵਿੱਚ ਲਿਖ ਕੇ ਰੱਖਿਆ ਹੁੰਦਾ ਹੈ ਕਿ ਉੱਥੇ ਜੋ ਨਿਰੰਕਾਰ ਵਾਹਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਇਹ ਗਿਆਨ ਦਿੰਦੇ ਨੇ ਕਿ ਸੰਸਾਰ ਦੇ ਲੋਕੋ, ਇਹ ਠੀਕ ਹੈ ਤੁਹਾਡਾ ਸੰਸਾਰ ਦੇ ਉੱਤੇ ਜਿਹੜਾ ਇਹ ਸਰੀਰ ਉਹ ਨਿਰੰਕਾਰ ਦੀ ਕਿਰਪਾ ਦੇ ਨਾਲ ਬਖਸ਼ਿਸ਼ ਹੋਇਆ, ਵਿੱਚ ਜਿੰਦ ਟਿਕਾਈ ਹੈ, ਇਹ ਉਹ ਪ੍ਰਭੂ ਦੀ ਹੀ ਰਹਿਮਤ ਹੈ। ਪਰ ਮਾਤ ਪਿਤਾ ਬਿਨ ਬਾਲਨਾ ਹੋਈ ਹੈ। ਪਰ ਇੱਕ ਇਹ ਮਾਂ-ਬਾਪ ਜਿਹੜੇ ਨੇ ਇਹ ਨੇ, ਜਾਂ ਇਹਨਾਂ ਨੇ ਤੇਤੋਂ ਪਹਿਲਾਂ ਇੱਥੋਂ ਸੰਸਾਰ ਤੋਂ ਚਲ ਜਾਣਾ, ਜਾਂ ਤੇਰੇ ਇਹ ਜਿਸਲੇ ਤੈਂ ਜਾਣਾ, ਇਹਨਾਂ ਨੇ ਕਿਸੇ ਨੇ ਤੇਰੇ ਸੰਗੀ ਸਾਥੀ ਨਹੀਂ ਬਣਨਾ। ਸੋ ਇਸ ਕਾਰਨ ਕਰਕੇ ਜਿਹੜਾ ਇਸ ਸੰਸਾਰ ਦਾ ਪ੍ਰਤਿਪਾਲਕ ਹੈ ਨਿਰੰਕਾਰ ਵਾਹਿਗੁਰੂ ਹੈ, ਗੁਰੂ ਨਾਨਕ ਮਿਹਰਬਾਨ ਦਿਆਲੂ ਕਿਰਪਾਲੂ ਜੀ, ਤੂੰ ਉਹਨਾਂ ਦੇ ਮੂਹਰੇ ਖੜ ਕੇ ਅਰਦਾਸ ਕਰ ਵੀ ਇਹ ਅਕਾਲ ਪੁਰਖ, ਕਈ ਵਾਰ ਅਸੀਂ ਇੱਥੋਂ ਸੰਸਾਰੀ ਬਾਪ ਦੇ ਕੋਲੋਂ ਕੋਈ ਚੀਜ਼ ਮੰਗਦੇ, ਉਹ ਦੇ ਕੇ ਸਾਨੂੰ ਕਈ ਵਾਰ ਸੁਣਾ ਦਿੰਦਾ, ਪਰ ਜਿਹੜਾ ਨਿਰੰਕਾਰੀ ਬਾਪ ਨਿਰੰਕਾਰ ਵਾਹਿਗੁਰੂ ਮਾਤਾ ਪਿਤਾ ਸਾਡੇ ਨੇ, ਉਹਨਾਂ ਉਹ ਤਸੱਲਾ ਰੋਜ਼ ਦਾਤਾ ਦਿੰਦੇ ਨੇ, ਕਦੀ ਕਿਸੇ ਦੇ ਉੱਤੇ ਅਹਿਸਾਨ ਨਹੀਂ ਕਰਦੇ, ਕਿਸੇ ਨੂੰ ਸੁਣਾਉਂਦੇ ਨਹੀਂ ਵੀ ਮੈਂ ਤੇਰੇ ਵਾਸਤੇ ਇੰਨਾ ਕੁਝ ਕੀਤਾ। ਸੋ ਇਸ ਕਾਰਨ ਕਰਕੇ ਤੂੰ ਉਹਦੇ ਦਰ ਤੇ ਆਣਗੇ ਉੱਤੇ ਅਰਦਾਸੀਆ ਬਣ ਤੇ ਉਸ ਨੂੰ ਆਖੇ ਵਾਹਿਗੁਰੂ ਤੂੰ ਹੀ ਮੇਰਾ ਪਿਤਾ ਹੈ, ਤੂੰ ਹੀ ਮੇਰੀ ਮਾਤਾ ਹੈ, ਤੂੰ ਹੀ ਮੇਰੇ ਸੰਬੰਧੀ ਹੋ ਤੇ ਤੁਸੀਂ ਮੇਰੇ ਭਰਾਤਾ ਵੀ ਤੁਸੀਂ ਹੀ ਹੋ। ਤੂੰ ਮੇਰਾ ਰਾਖਾ ਸਭਨੀ ਥਾਈ, ਤਾਂ ਕਉ ਕੇਹਾ ਤਾਂ ਪਉ ਕੇਹਾ ਕਾੜਾ ਜਿਉ। ਵਾਹਿਗੁਰੂ ਜੀ ਤੁਸੀਂ ਤਾਂ ਮੇਰੇ ਸਾਰੀ ਜਗ੍ਹਾ ਦੇ ਉੱਤੇ ਰਾਖੇ ਹੋ, ਸੰਸਾਰ ਦੇ ਉੱਤੇ ਵੀ ਰਾਖੇ ਹੋ ਤੇ ਤੁਸੀਂ ਪਰਲੋਕ ਤੇ ਰੱਖਿਆ ਹੋ ਨਿਰੰਕਾਰ ਜੀ। ਪਰ ਜਿਸ ਇਸ ਕਾਰਨ ਕਰਕੇ ਮੈਨੂੰ ਕਿਸੇ ਵੀ ਚੀਜ਼ ਦਾ ਡਰ ਨਹੀਂ ਹੈ, ਕਿਸੇ ਚੀਜ਼ ਦਾ ਵੀ ਝੋਰਾ ਨਹੀਂ ਹੈ। ਕਾੜਾ ਕਹਿੰਦੇ ਨੇ ਝੋਰੇ ਨੂੰ, ਝੋਰਾ ਹੁੰਦਾ ਫਿਕਰ, ਫਿਕਰ ਹੁੰਦਾ ਹੈ ਭਰਮ। ਇਸ ਕਰਕੇ ਮੈਨੂੰ ਕਿਸੇ ਤਰ੍ਹਾਂ ਦਾ ਵੀ ਹੁਣ ਭਰਮ ਨਹੀਂ ਨਿਰੰਕਾਰ, ਕਿਉਂਕਿ ਤੁਸੀਂ ਮੇਰੇ ਪਿਤਾ ਹੋ ਤੇ ਤੁਸੀਂ ਹੀ ਮੇਰੇ ਮਾਤਾ ਹੋ। ਤੁਮਰੀ ਕਿਰਪਾ ਤੇ ਤੁਧ ਪਛਾਣਾ, ਤੂੰ ਮੇਰੀ ਓਟ, ਤੂੰ ਹੈ ਮੇਰਾ ਮਾਣਾ। ਵਾਹਿਗੁਰੂ ਜੀ ਤੁਹਾਡੀ ਹੀ ਕਿਰਪਾ ਜਦੋਂ ਜੀਵ ਦੇ ਉੱਤੇ ਹੁੰਦੀ, ਉਹ ਇਸ ਤਰ੍ਹਾਂ ਆਪ ਜੀ ਨੂੰ ਪਹਿਚਾਣਦੇ ਹਨ, ਮਾਂ ਬਾਪ ਭੈਣ ਭਰਾ ਸਾਕ ਸੰਬੰਧੀ, ਤੇ ਔਰ ਇਸ ਤਰ੍ਹਾਂ ਪਹਿਚਾਣਦੇ ਨੇ ਕਿ ਤੁਸੀਂ ਹਰ ਜਗ੍ਹਾ ਦੇ ਉੱਤੇ ਉਹਨਾਂ ਦੇ ਰਖਵਾਲੇ ਹੋ, ਉਹਨਾਂ ਦੇ ਪ੍ਰਤਿਪਾਲਕ ਹੋ। ਇਸ ਕਰਕੇ ਤੁਹਾਡੀ ਕਿਰਪਾ ਤੋਂ ਬਗੈਰ ਇਹ ਕੋਈ ਪਛਾਣ ਨਹੀਂ ਸਕਦਾ। ਹੇ ਵਾਹਿਗੁਰੂ ਨਿਰੰਕਾਰ ਜੀ ਤੁਸੀਂ ਹੀ ਮੇਰੀ ਓਟ ਹੋ। ਓਟ ਦਾ ਮਤਲਬ ਹੈ ਤੁਸੀਂ ਮੇਰੇ ਆਸਰੇ ਹੋ, ਤੁਸੀਂ ਹੀ ਮੇਰਾ ਮਾਣ ਹੋ। ਇਹ ਵਾਹਿਗੁਰੂ ਜੀ ਮੇਰੀ ਇੱਜ਼ਤ ਜਿਹੜੀ ਹੈ ਉਹ ਆਪ ਹੀ ਤੁਸੀਂ ਹੋ। ਤੁਝ ਬਿਨ ਦੂਜਾ ਅਵਰ ਨ ਕੋਈ, ਸਭ ਤੇਰਾ ਖੇਲ ਅਖਾੜਾ ਜਿਉ। ਸਤਿਗੁਰੂ ਜੀ ਤੁਹਾਤੋਂ ਬਗੈਰ ਦੂਜਾ ਹੋਰ ਕੋਈ ਨਹੀਂ ਹੈ। ਇਹ ਸੰਸਾਰ ਦੇ ਪ੍ਰਤਿਪਾਲਣਾ ਕਰਨ ਵਾਲਾ, ਬਣਾਉਣ ਵਾਲਾ, ਢਾਉਣ ਵਾਲਾ ਹੋਰ ਕੋਈ ਨਹੀਂ। ਇਹ ਸਾਰਾ ਖੇਲ ਤੁਹਾਡਾ ਜਿਹੜਾ ਹੈ
ਇਹ ਤੁਹਾਡਾ ਖਾੜਾ ਹੈ ਸੰਸਾਰ ਮਾਲਕ ਜੀ। ਖਾੜਾ ਕਹਿੰਦੇ ਨੇ ਜਿੱਥੇ ਪਹਿਲਵਾਨ ਕੁਸ਼ਤੀਆਂ ਕਰਦੇ ਨੇ, ਆਪਾਂ ਉਹਨੂੰ ਵੀ ਖਾੜਾ ਕਹਿੰਦੇ ਹਾਂ। ਸਮਝ ਲਓ ਵੀ ਇਹ ਜਿਹੜਾ ਖਾੜਾ, ਇਦੋਂ ਖਾੜੇ ਦੇ ਵਿੱਚ ਆਪਾਂ ਖੇਡਾਂ ਖੇਡਣ ਵਾਸਤੇ ਆਏ ਹਾਂ। ਉਹ ਜਿਹੜਾ ਨਿਰੰਕਾਰ ਹੈ ਉਹ ਸਾਡੇ ਤਮਾਸ਼ੇ ਦੇਖ ਰਿਹਾ ਹੈ, ਆਪ ਖੜਾ ਖੜਾ ਕੇ ਦੇਖ ਰਿਹਾ। ਇਸ ਕਰਕੇ ਨਿਰੰਕਾਰ ਸੱਚੇ ਪਾਤਸ਼ਾਹ ਜੀ, ਇਹ ਸਾਰਾ ਤੁਹਾਡਾ ਹੀ ਖੇਲ ਹੈ, ਇੱਥੇ ਸਾਰਾ ਤੁਹਾਡਾ ਹੁਕਮ ਚੱਲਦਾ ਹੈ। ਜੀ ਜੰਤ ਸਭ ਤੁਧ ਉਪਾਏ, ਜਿਤ ਜਿਤ ਪਾਣਾ ਤਿਤ ਤਿਤ ਲਾਏ। ਵਾਹਿਗੁਰੂ ਜੀ, ਇਹ ਜੀ ਜੰਤ ਜਿਹੜੇ ਸੰਸਾਰ ਦੇ ਉੱਤੇ 84 ਲੱਖ ਗਿਣੇ ਗਏ ਨੇ, हे ਵਾਹਿਗੁਰੂ ਜੀ, ਇਹ ਸਾਰੇ ਤੁਹਾਡੇ ਹੀ ਬਣਾਏ ਹੋਏ ਨੇ। ਇਹ ਸਾਰੇ ਤੁਹਾਡੇ ਰਜ਼ਾ ਦੇ ਵਿੱਚ, ਤੁਹਾਡੇ ਹੁਕਮ ਦੇ ਚੱਲ ਰਹੇ ਨੇ। ਜਿਤ ਜਿਤ ਪਾਣਾ, ਜਿੱਦਾਂ ਜਿੱਦਾਂ ਸਤਿਗੁਰ ਤੁਸੀਂ ਆਪ ਨੂੰ ਚਾਹਿਆ, ਜਿੱਦਾਂ ਜਿੱਦਾਂ ਇਹਨਾਂ ਦੇ ਉੱਤੇ ਆਪ ਜੀ ਦਾ ਹੁਕਮ ਚੱਲ ਰਿਹਾ ਹੈ, ਤੁਸਾਂ ਨੇ ਇਹਨਾਂ ਨੂੰ ਉਸੇ ਕਾਰੇ ਦੇ ਉੱਤੇ ਲਾਇਆ ਹੋਇਆ ਹੈ। ਸਭ ਕਿਛ ਕੀਤਾ ਤੇਰਾ ਹੋਵੇ, ਨਾਹੀ ਕਿਛ ਅਸਾੜਾ ਜਿਉ। ਵਾਹਿਗੁਰੂ ਜੀ, ਜੋ ਵੀ ਸੰਸਾਰ ਦੇ ਉੱਤੇ ਹੋ ਰਿਹਾ, ਇਹ ਆਪ ਦੇ ਹੁਕਮ ਦੇ ਵਿੱਚ ਹੀ ਸਭ ਕੁਝ ਹੋ ਰਿਹਾ, ਆਪ ਹੀ ਕਰ ਰਹੇ ਹੋ। ਨਿਰਗੁਣ ਸਰੂਪ ਸਰਗੁਣ ਸਰੂਪ ਬਣ ਕੇ ਤੁਸੀਂ ਆਪ ਹੀ ਕਰਦੇ ਹੋ। ਸਾਡਾ ਇੱਥੇ ਕੁਝ ਵੀ ਨਹੀਂ ਹੁੰਦਾ, ਨਾ ਅਸੀਂ ਕੁਝ ਕਰਨ ਦੇ ਜੋਗੇ ਹਾਂ। ਨਾਮ ਤੇ ਆਏ ਮਹਾ ਸੁਖ ਪਾਇਆ, ਹਰ ਗੁਣ ਗਾਏ ਮੇਰਾ ਮਨ ਸੀਤ ਲਾਇਆ। ਵਾਹਿਗੁਰੂ ਜੀ ਕਹਿੰਦੇ ਨੇ, ਹਰ ਨਾਮ ਤੇ ਆਏ ਮਹਾ ਸੁਖ ਪਾਇਆ। ਇਹ ਸੰਸਾਰ ਦੇ ਜੀਵੋ, ਇਹ ਜਿਹੜਾ ਸਾਡੇ ਮਾਤਾ ਪਿਤਾ ਨੇ, ਸਾਖ ਸੰਬੰਧੀ ਨੇ, ਜਿਹੜੇ ਹਰ ਜਗ੍ਹਾ ਦੇ ਉੱਤੇ ਸਾਡੇ ਰਖਵਾਲੇ ਨੇ, ਅਕਾਲ ਪੁਰਖ ਵਾਹਿਗੁਰੂ ਕਹਿੰਦੇ, ਉਸ ਦੇ ਨਾਮ ਨੂੰ ਧਿਆ ਕੇ ਇੱਥੇ ਮਹਾ ਸੁਖ, ਜਿਹੜੇ ਸੁਖ ਤੋਂ ਉੱਤੇ ਕੋਈ ਚੀਜ਼ ਹੋਰ ਨਾ ਹੋਵੇ, ਉਸ ਨੂੰ ਮਹਾ ਸੁਖ ਕਿਹਾ ਗਿਆ ਹੈ। ਵੱਡਾ ਸੁਖ ਜਿਹਨੂੰ ਆਪਾਂ ਕਹਿ ਸਕਦੇ ਹਾਂ, ਉਹ ਵੱਡਾ ਸੁਖ ਅਸੀਂ ਪਾ ਲੈਂਦੇ ਹਾਂ। ਸਤਿਗੁਰੂ ਜੀ ਉਹਦੀ ਵੱਡੇ ਸੁਖ ਦੀ ਬਖਸ਼ਿਸ਼ ਸਾਡੇ ਉੱਤੇ ਕਰ ਦਿੰਦੇ ਨੇ। ਹਰ ਗੁਣ ਗਾਏ ਮੇਰਾ ਮਨ ਸਤਲਾਇਆ। ਜਦੋਂ ਮੈਂ ਪ੍ਰੀਤਮ ਵਾਹਿਗੁਰੂ ਦੀ ਅਕਾਲ ਪੁਰਖ ਦੀ ਬੰਦਗੀ ਕਰਦਾ ਹਾਂ, ਜਦੋਂ ਮੈਂ ਉਹਦੇ ਗੁਣਾਂ ਨੂੰ ਵਰਣਨ ਕਰਦਾ ਹਾਂ, ਉਸ ਨੂੰ ਧੰਨ ਧੰਨ ਆਖਦਾ ਹਾਂ, ਮੇਰਾ ਜਿਹੜਾ ਇਹ ਅੰਦਰ ਹੈ, ਮੇਰਾ ਜਿਹੜਾ ਮਨ ਹੈ, ਇਹਦੀ ਭਟਕਣਾ ਖਤਮ ਹੋ ਜਾਂਦੀ। ਇਹ ਸੀਤਲਤਾ, ਇਸ ਨੂੰ ਮਨ ਨੂੰ ਠੰਡ ਪਹੁੰਚਦੀ ਹੈ, ਠੰਡਾ ਹੋ ਜਾਂਦਾ ਹੈ। ਗੁਰਪੂਰੈ ਵਜੀ ਵਾਧਾਈ, ਨਾਨਕ ਜਿਤਾ ਵਿਖਾੜਾ ਜਿਉ। ਗੁਰੂ ਅਨੰਕਾਰ ਪੂਰੇ ਗੁਰੂ ਦੀ ਕਿਰਪਾ ਸਾਡੇ ਤੇ ਹੋਈ, ਵਧਾਈ ਕਿ ਮਤਲਬ ਉਸ ਨੇ ਆਨੰਦ ਦੇ ਖਜ਼ਾਨੇ ਜਿਸ ਨੇ ਸਾਨੂੰ ਦਿੱਤੇ। ਜਦੋਂ ਖੁਸ਼ੀ ਦਾ ਸਮਾਂ ਹੁੰਦਾ, ਉਸ ਵੇਲੇ ਭਾਈ ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ ਜਾਂਦੀਆਂ ਨੇ। ਸੋ ਨਿਰੰਕਾਰ ਕਹਿੰਦੇ ਨੇ, ਪੂਰੇ ਗੁਰ ਦੀ ਕਿਰਪਾ ਦੇ ਨਾਲ ਮੈਨੂੰ ਆਨੰਦ ਪ੍ਰਾਪਤ ਹੋਇਆ, ਨਾਨਕ ਜਿੱਤਾ ਵਿਖਾੜਾ ਜਿਹਾ, ਜਿਹਦੇ ਕਾਰਨ ਕਰਕੇ ਕਠਨ ਤੋਂ ਕਠਨ ਰਾਸਤਾ, ਕਠਨ ਤੋਂ ਕਠਨ ਭਿਆਨਕ ਜੋ ਇਹ ਸੰਸਾਰ ਹੈ, ਮੈਂ ਇਸ ਨੂੰ ਵੀ ਗੁਰੂ ਦੀ ਕਿਰਪਾ ਦੇ ਨਾਲ ਜਿੱਤ ਲਿਆ। ਮਾਝ ਮਹੱਲਾ ਪੰਜਵਾਂ, ਜੀ ਪ੍ਰਾਣ ਪ੍ਰਭ ਮਨੇ ਆਧਾਰਾ, ਭਗਤ ਜੀਵੈ ਗੁਣ ਗਾਏ ਅਪਾਰਾ। ਵਾਹਿਗੁਰੂ ਜੀ ਕਹਿੰਦੇ ਨੇ, ਜੀ ਪ੍ਰਾਣ, ਜੀਆਂ ਦਾ ਦਾਤਾ, ਜਿਹੜਾ ਜੀਆਂ ਦਾ ਰਖਵਾਲਾ ਹੈ, ਆ ਜੀ ਹੈ ਜਿੰਦ, ਜਿਸ ਨੇ ਪ੍ਰਾਣ ਅੰਦਰ ਟਿਕਾਏ ਹੋਏ ਨੇ, ਉਸ ਪ੍ਰਭੂ ਨੂੰ ਮੈਂ ਮਨ ਦੇ ਵਿੱਚ ਉਸ ਨੂੰ ਟਿਕਾ ਲਿਆ ਹੈ। ਮੈਨੂੰ ਹੁਣ ਉਸ ਪ੍ਰਭੂ ਵਾਹਿਗੁਰੂ ਦਾ ਹੀ ਮੇਰੇ ਮਨ ਨੂੰ ਆਸਰਾ ਹੈ। ਆਧਾਰਾ ਕਹਿੰਦੇ ਨੇ ਆਸਰਾ। ਜੀਵ ਭਗਤ ਜੀਵੇ ਗੁਣ ਗਾਏ ਅਪਾਰਾ, ਜਿਹੜੇ ਉਹਦੇ ਵੱਲੋਂ ਬਖਸ਼ੇ ਹੁੰਦੇ ਨੇ, ਉਹ ਹਰ ਵੇਲੇ ਨਿਰੰਕਾਰ ਦੀ ਬੰਦਗੀ ਕਰਕੇ, ਉਹਦੀ ਵਡਿਆਈ ਕਰਕੇ ਹੀ ਜੀਂਦੇ ਹਨ। ਗੁਣ ਨਿਧਾਨ ਅੰਮ੍ਰਿਤ ਹਰਿ ਨਾਮਾ, ਹਰ ਧਿਆਏ ਧਿਆਏ ਸੁਖ ਪਾਇਆ ਜਿਉ। ਗੁਰੂ ਨਿਰੰਕਾਰ ਨੇ ਮੈਨੂੰ ਸ਼ੁਭ ਗੁਣਾਂ ਦੇ ਖਜ਼ਾਨੇ ਬਖਸ਼ਿਸ਼ ਕਰ ਦਿੱਤੇ। ਕਦੋਂ? ਜਿਸ ਵੇਲੇ ਉਹ ਅੰਮ੍ਰਿਤ ਹਰ ਨਾਮ, ਹਰ ਉਹ ਅੰਮ੍ਰਿਤ ਸਦਾ ਅਮਰ ਰਹਿਣ ਵਾਲਾ ਨਾਮ ਮੇਰੇ ਅੰਦਰ ਆਣ ਕੇ ਟਿਕ ਗਿਆ। ਹਰ ਧਿਆਏ ਧਿਆਏ ਸੁਖ ਪਾਇਆ ਜਿਉ। ਹੁਣ ਮੈਂ ਉਸ ਨਾਮ ਨੂੰ ਸਵਾਸ ਸਵਾਸ ਰਾਧਦਾ ਹਾਂ, ਉਹਦੇ ਰਾਹੀਂ ਪ੍ਰਮਾਤਮਾ ਨੂੰ ਯਾਦ ਕਰਦਾ ਹਾਂ, ਔਰ ਮੈਨੂੰ ਆਤਮਾ ਨੂੰ ਮੈਨੂੰ ਆਤਮਿਕ ਸੁਖ ਉਹ ਨਿਰੰਕਾਰ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕਰ ਦਿੱਤਾ ਹੈ। ਮਨ ਸਾ ਧਾਰ ਜੋ ਘਰ ਤੇ ਆਵੇ, ਸਾਧ ਸੰਗ ਜਨਮ ਮਰਨ ਮਿਟਾਵੇ। ਜੋ ਵੀ ਭਾਈ ਅਸੀਂ ਘਰ ਦੇ ਵਿੱਚੋਂ ਜਦੋਂ ਗੁਰੂ ਘਰ ਨੂੰ ਤੁਰਦੇ ਹਾਂ, ਜਾਂ ਅਸੀਂ ਕਿਸੇ ਪਿਆਰੇ ਨੂੰ ਮਿਲਣ ਵਾਸਤੇ ਤੁਰਦੇ ਹਾਂ, ਸਾਡੇ ਮਨ ਦੇ ਵਿੱਚ ਜਿਹੜੀ ਵੀ ਕੋਈ ਵਿਚਾਰ ਹੁੰਦੀ ਹੈ, ਜੋ ਵੀ ਮਨਸਾ ਹੁੰਦੀ ਹੈ, ਕੋਈ ਅਸੀਂ ਦਾਤ ਲੈਣੀ ਹੁੰਦੀ ਹੈ, ਉਹ ਕਹਿੰਦੇ ਨੇ ਜਿਹੜਾ ਜੀਵ ਉਦੋਂ ਘਰ ਤੋਂ ਆ ਕੇ ਉਸ ਵੇਲੇ ਵਾਹਿਗੁਰੂ ਨਿਰੰਕਾਰ ਦੇ ਚਰਨਾਂ ਦੇ ਵਿੱਚ ਆਣ ਕੇ ਹਾਜ਼ਰ ਹੋ ਜਾਂਦਾ,
ਸਾਧ ਸੰਗਤ ਦੇ ਵਿੱਚ ਬਹਿ ਜਾਂਦਾ ਹੈ, ਫਿਰ ਕਹਿੰਦੇ ਉਹ ਸਾਧ ਸੰਗਤ ਦੇ ਵਿੱਚ ਬੈਠ ਕੇ, ਪੂਰੇ ਜੁੜਿਆ ਹੋਇਆਂ ਦੀ ਸੰਗਤ ਦੇ ਵਿੱਚ ਬੈਠ ਕੇ ਪ੍ਰੀਤਮ ਦਾ ਨਾਮ ਆਰਾਧਦਾ, ਪ੍ਰੀਤਮ ਦਾ ਨਾਮ ਸੁਣਦਾ, ਪ੍ਰੀਤਮ ਦੀ ਬੰਦਗੀ ਕਰਨੀ, ਸੇਵਾ ਕਰਨ ਦੀ ਜਾਚ ਸਿੱਖਦਾ, ਤਾਂ ਫਿਰ ਕੀ ਹੁੰਦਾ, ਨਿਰੰਕਾਰ ਕਿਰਪਾ ਕਰ ਦਿੰਦੇ ਨੇ। ਉਹ ਸਾਧ ਸੰਗਤ ਐਸੀ ਹੁੰਦੀ ਹੈ, ਉਹਦੇ ਰਾਹੀਂ ਉਹ ਆਪਣਾ ਜਨਮ ਤੇ ਮਰਨ ਖਤਮ ਕਰ ਲੈਂਦਾ। ਕਈ ਵਾਰ ਕੀ ਹੁੰਦਾ, ਤੁਸੀਂ ਦੇਖਿਆ, ਆਪਾਂ ਵੀ ਹੁਣ ਵੀ ਚੱਲ ਰਿਹਾ ਹੈ ਕੰਮ, ਵੀ ਜਦੋਂ ਆਪਾਂ ਨੂੰ ਕੋਈ ਚੀਜ਼ ਚਾਹੀਦੀ ਹੁੰਦੀ ਹੈ ਨਾ, ਆਪਾਂ ਵੀ ਸਾਧ ਸੰਗਤ ਦੇ ਵਿੱਚ ਅਰਦਾਸ ਕਰਾਉਂਦੇ ਹਾਂ। ਕਿਸੇ ਨੂੰ ਧੀ ਪੁੱਤਰ ਚਾਹੀਦਾ ਹੁੰਦਾ, ਕਿਸੇ ਨੂੰ ਨਾਮ ਚਾਹੀਦਾ ਹੁੰਦਾ। ਨਾਮ ਵਾਲੇ ਤਾਂ ਬਹੁਤ ਘੱਟ ਨੇ, ਬਾਕੀ ਚੀਜ਼ਾਂ ਜਿਹੜੀਆਂ ਵਾਸਤੇ ਸੰਸਾਰੀ ਨੇ ਉਹ ਮੰਗਣ ਵਾਸਤੇ ਅਸੀਂ ਜ਼ਿਆਦਾ ਜਾਂਦੇ ਹੁੰਦੇ ਹਾਂ। ਪਰ ਫਿਰ ਅਸੀਂ ਜਦੋਂ ਸਾਧ ਸੰਗਤ ਦੇ ਵਿੱਚੋਂ ਅਰਦਾਸ ਕਰਾਉਂਦੇ ਹਾਂ, ਪੂਰੀ ਸੰਗਤ ਉਸ ਲਈ ਜੁੜੀ ਹੋਈ ਹੁੰਦੀ ਹੈ। ਉਹ ਨਿਰੰਕਾਰ ਵਾਹਿਗੁਰੂ, ਪਤਾ ਨਹੀਂ ਉਹਦੇ ਵਿੱਚ ਕਿਹੜਾ ਜੀਵ ਐਸਾ ਹੁੰਦਾ ਜਿਹੜਾ ਪ੍ਰੀਤਮ ਦੇ ਨਾਲ ਇੱਕਮਿਕ ਹੋ ਚੁੱਕਿਆ ਹੁੰਦਾ, ਜਿਹੜਾ ਅਭੇਦ ਹੋ ਚੁੱਕਿਆ। ਫਿਰ ਨਿਰੰਕਾਰ ਸੱਚੇ ਪਾਤਸ਼ਾਹ ਜੀ ਰਹਿਮਤ ਕਰਕੇ ਉਹ ਅਰਦਾਸ ਸੁਣ ਲੈਂਦੇ ਨੇ। ਇਸ ਕਾਰਨ ਕਰਕੇ ਸਾਧ ਸੰਗਤ ਸਭ ਤੋਂ ਉੱਚੀ ਤੇ ਸਭ ਤੋਂ ਉੱਚੀ ਹੈ ਭਾਈ। ਇਹਦੀ ਸਾਧ ਸੰਗਤ ਦੀ ਕਿਰਪਾ ਦੇ ਨਾਲ ਤਾਂ ਅਸੀਂ ਇੱਥੇ ਆਪਣਾ ਜਨਮ ਮਰਨ ਵੀ ਖਤਮ ਕਰ ਸਕਦੇ ਹਾਂ, ਮੇਟ ਸਕਦੇ ਹਾਂ। ਪਰ ਜੇ ਅਸੀਂ ਸਾਧ ਸੰਗਤ ਦੇ ਵਿੱਚੋਂ ਕੁਝ ਪ੍ਰਾਪਤ ਕਰਨਾ ਚਾਹੀਏ, ਵਿਰਲੇ ਨੇ ਸੰਸਾਰ ਤੇ ਜਿਹੜਾ ਇਸ ਤਰ੍ਹਾਂ ਦੇ ਰੂਪ ਦੇ ਵਿੱਚ ਦੇਖਦੇ ਨੇ, ਪਰ ਨਿਰੰਕਾਰ ਕਿਰਪਾ ਕਰਦੇ ਨੇ। ਉਹਨਾਂ ਨੇ ਕੋਈ ਪਿੱਛੇ ਲੁਕੋ ਨਹੀਂ ਰੱਖਿਆ। ਉਹਨਾਂ ਨੇ ਜੋ ਵੀ ਗਿਆਨ ਬਖਸ਼ਿਸ਼ ਕੀਤਾ ਹੈ ਇਸ ਸੰਸਾਰ ਨੂੰ, ਉਹਦੇ ਵਿੱਚ ਕੋਈ ਵੀ ਭੇਦ ਭਾਵਨਾ ਨਹੀਂ ਰੱਖੀ। ਸਤਿਗੁਰਾਂ ਸੱਚੇ ਪਾਤਸ਼ਾਹ ਦੇ ਸਾਰੇ ਖਜ਼ਾਨੇ ਖੋਲ ਕੇ ਇਹ ਸੰਗਤ ਦੇ ਮੋਹਰੇ, ਇਸ ਸੰਸਾਰ ਦੇ ਮੋਹਰੇ ਰੱਖ ਦਿੱਤੇ। ਉਹ ਕਹਿੰਦੇ ਜੇ ਤੂੰ ਮਨਸਾ ਧਾਰ ਕੇ ਹਿਰਦੇ ਦੇ ਵਿੱਚ ਕੋਈ ਬਚਨ ਲੈ ਕੇ ਆਇਆ, ਹਿਰਦੇ ਦੇ ਵਿੱਚ ਕੋਈ ਮੰਗਣ ਵਾਲੀ ਦਾਤ ਹੈ, ਕਹਿੰਦੇ ਉਹ ਤਾਂ ਪ੍ਰਾਪਤ ਹੋਈ ਹੀ ਜਾਣੀ ਹੈ। ਪਰ ਮੈਂ ਤੁਹਾਨੂੰ ਇਹ ਵੀ ਦੱਸਣਾ, ਜੇ ਸੱਚੀ ਸੰਗਤ ਦੇ ਵਿੱਚ ਤੈਨੂੰ ਸੱਚੀ ਸੰਗਤ ਪ੍ਰਾਪਤ ਹੋ ਗਈ, ਤੂੰ ਉਦੋਂ ਸੱਚੀ ਸੰਗਤ ਦੇ ਵਿੱਚ ਬੈਠ ਕੇ ਗਿਆਨ ਲੈ ਕੇ ਆਪਣਾ ਜਨਮ ਤੇ ਮਰਨ ਮਿਟਾ ਸਕਦਾ ਹੈ। ਆਸ ਮਨੋਰਥ ਪੂਰਨ ਹੋਵੇ, ਪੇਟਤ ਗੁਰ ਦਰਸਾਇਆ ਜੀਓ। ਗੁਰੂ ਨਿਰੰਕਾਰ ਸੱਚੇ ਪਾਤਸ਼ਾਹ ਦਰਸਾਇਆ ਦਾ ਮਤਲਬ ਹੁੰਦਾ ਦਰਸ਼ਨ ਕਰਦਿਆਂ ਸਾਰ ਹੀ, ਦੇਖਦਿਆਂ ਸਾਰ ਹੀ, ਕਹਿੰਦੇ ਸਾਰੀਆਂ ਆਸਾਂ ਤੇ ਮਨੋਰਥ ਜਿਹੜੀਆਂ ਮਨਸਾਂ ਨੇ ਸਾਡੀਆਂ, ਵਾਹਿਗੁਰੂ ਪੂਰੀਆਂ ਕਰ ਦਿੰਦੇ ਹਨ। ਅਗੰਮ ਅਗੋਚਰ ਕਿਸ਼ਮਿਤ ਨਹੀਂ ਜਾਣੀ, ਸਾਧਕ ਸਿੱਧ ਤੇ ਆਵਹਿ ਗਿਆਨੀ। ਜੋ ਵਾਹਿਗੁਰੂ ਕਿਰਪਾ ਕਰਦੇ ਨੇ, ਕਹਿੰਦੇ ਅਗੰਮ ਜਿਹੜਾ ਕਿ ਇੰਦਰੀਆਂ ਦੇ ਅਗੋਚਰ ਨਹੀਂ ਹੈ, ਕਿਸ਼ਮਿਤ ਨਹੀਂ ਜਾਣੀ। ਅਸੀਂ ਕਹਿੰਦੇ ਉਹਦੀ ਮਰਜ਼ਾਦਾ ਨੂੰ ਨਹੀਂ ਜਾਣ ਸਕਦੇ, ਸਾਨੂੰ ਨਹੀਂ ਪਤਾ ਉਹਦਾ ਹੁਕਮ ਕੀ ਹੈ। ਸਾਧਕ ਸਾਧਨਾ ਕਰਨ ਵਾਲੇ, ਜਿਗਿਆਸੂ ਰਿੱਧੀਆਂ ਸਿੱਧੀਆਂ ਵਾਲੇ ਸਿੱਧ ਤੇ ਗਿਆਨੀ ਸਾਰੇ ਉਸ ਵਾਹਿਗੁਰੂ ਨੂੰ ਧੰਨ ਧੰਨ ਨਿਰੰਕਾਰ ਨੂੰ ਆਖਦੇ ਹਨ। ਖੁਦੀ ਮਿਟੀ ਚੂਕਾ ਪੋਲਾਵਾ, ਗੁਰ ਮਨ ਹੀ ਮਹਿ ਪ੍ਰਗਟਾਇਆ ਜੀਓ। ਖੁਦੀ ਮਿਟੀ, ਖੁਦੀ ਕਹਿੰਦੇ ਨੇ ਹੰਕਾਰ ਨੂੰ, ਖੁਦੀ ਕਹਿੰਦੇ ਨੇ ਹਉਮੈ ਨੂੰ। ਕਹਿੰਦੇ ਜਿਸ ਵੇਲੇ ਮੈਂ ਮੇਰੀ ਖਤਮ ਹੋ ਗਈ, ਉਸ ਵੇਲੇ ਕੀ ਹੁੰਦੇ ਆ ਕਿ ਜਦੋਂ ਉਹ ਚੂਕਾ ਭੁਲਾਵਾ, ਭਰਮ ਵੀ ਖਤਮ ਹੋ ਗਿਆ, ਭੁਲੇਖਾ ਪਿਆ ਹੋਇਆ ਸੀ ਜਿਹੜਾ ਵੀ ਮੈਂ ਆਹ ਕੰਮ ਕਰ ਰਿਹਾ ਹਾਂ, ਪਰ ਜਦੋਂ ਉਹ ਅਨੁਭਵ ਹੋ ਗਿਆ ਨਹੀਂ ਮੈਂ ਨਹੀਂ ਕਰ ਰਿਹਾ, ਮੇਰਾ ਨਿਰੰਕਾਰ ਵਾਹਿਗੁਰੂ ਮੇਰੇ ਤੇ ਕਿਰਪਾ ਕਰ ਰਿਹਾ, ਕਹਿੰਦੇ ਫਿਰ ਇਹ ਭੁਲਾਵੇ ਜੀ ਜਿਹੜੇ ਭਰਮ ਨੇ, ਉਹ ਵੀ ਭੁਲੇਖੇ ਜਿਹੜੇ ਨੇ ਉਹ ਵੀ ਦੂਰ ਹੋ ਗਏ। ਤਾਂ ਫਿਰ ਕੀ ਹੋਇਆ, ਗੁਰਮਨਿ ਹੀ ਮਾਹੇ ਪ੍ਰਗਟਾਇਆ ਜਿਉ, ਅੰਦਰੋਂ ਹੀ ਅਕਾਲ ਪੁਰਖ ਸੱਚੇ ਪਾਤਸ਼ਾਹ ਨੇ ਕਿਰਪਾ ਕਰ ਦਿੱਤੀ। ਜਦੋਂ ਸਾਡੀ ਆਤਮਾ ਤੋਂ ਮਨ ਦੇ ਉੱਤੇ ਜਿਹੜੀ ਮੈਲ ਜਨਮ ਜਨ ਦੀ ਲੱਗੀ ਖਤਮ ਹੋ ਗਈ, ਵਾਹਿਗੁਰੂ ਸੱਚੇ ਪਾਤਸ਼ਾਹ ਜੀ ਉਹ ਨਾਮ ਨੂੰ ਅੰਦਰੋਂ ਹੀ ਪ੍ਰਗਟ ਕਰ ਦਿੰਦੇ ਹਨ। ਆਨੰਦ ਮੰਗਲ ਕਲਿਆਣ ਨਿਧਾਨਾ, ਸੁਖ ਸਹਿਜ ਹਰ ਨਾਮ ਵਖਾਨਾ। ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਆਨੰਦ ਮੰਗਲ ਜਿਹੜਾ ਕਲਿਆਣ, ਨਿਧਾਨਾ ਕਹਿੰਦੇ ਨੇ ਖਜ਼ਾਨੇ ਨੂੰ। ਸਤਿਗੁਰ ਸੱਚੇ ਪਾਤਸ਼ਾਹ ਜੀ ਕਲਿਆਣਕਾਰੀ, ਕਲਿਆਣਕਾਰ ਦਾ ਮਤਲਬ, ਕਲਿਆਣ ਦਾ ਮਤਲਬ ਹੁੰਦਾ ਜਿਹੜੇ ਸਾਨੂੰ ਇੱਥੋਂ ਮੁਕਤੀ ਦੇ ਸਕਦੇ ਨੇ, ਸਾਡਾ ਜਨਮ ਮਰਨ ਖਤਮ ਕਰਨ ਦੇ ਯੋਗ ਨੇ। ਉਹ ਵਾਹਿਗੁਰੂ ਸੱਚੇ ਪਰਮਾਤਮਾ ਵਾਹਿਗੁਰੂ, ਉਹ ਸਦਾ ਹੀ ਆਨੰਦ ਖੁਸ਼ੀਆਂ ਦੇਣ ਵਾਲੇ ਪ੍ਰੀਤਮ ਨੇ ਵਾਹਿਗੁਰੂ ਜੀ। ਔਰ ਸਦਾ ਸਾਡਾ ਮਨ ਮੰਗਲ ਕਹਿੰਦੇ ਨੇ ਖੁਸ਼ੀ ਦੇ ਗੀਤਾਂ ਨੂੰ। ਕਹਿੰਦੇ ਨਾ ਵੀ ਆਪਾਂ ਜਦੋਂ ਖੁਸ਼ੀ ਦੇ ਗੀਤ ਗਾਉਂਦੇ ਭਾਈ ਆਨੰਦ ਮੰਗਲ ਦੇ ਗੀਤ ਗਾ ਰਹੇ ਹਾਂ, ਖੁਸ਼ੀ ਦੇ ਗੀਤ ਆਪਾਂ ਗਾ ਰਹੇ ਹਾਂ। ਉਹ ਨਿਰੰਕਾਰ ਸੱਚੇ ਪਾਤਸ਼ਾਹ ਜੀ ਖੁਸ਼ੀ, ਜਿਹਦੇ ਅਸੀਂ ਖੁਸ਼ੀ ਦੇ ਗੀਤ ਗਾ ਰਹੇ ਹਾਂ, ਉਹਦੀ ਕਿਰਪਾ ਦੇ ਨਾਲ ਸਾਨੂੰ ਕਲਿਆਣ ਦਾ ਖਜ਼ਾਨਾ, ਮੁਕਤੀ ਦਾ ਖਜ਼ਾਨਾ ਪ੍ਰਗਟ ਹੋ ਜਾਂਦਾ ਹੈ। ਸੁਖ ਸਹਿਜ ਹਰ ਨਾਮ ਖਾਨਾ, ਇਹ ਸਾਰਾ ਕੁਝ ਵਾਹਿਗੁਰੂ ਵੱਲੋਂ ਜਿਹੜਾ ਜਦੋਂ ਸਾਡੇ ਅੰਦਰੋਂ ਨਾਮ ਪ੍ਰਗਟ ਹੋ ਗਿਆ, ਉਸ ਨਾਮ ਦੇ ਨਾਲ
ਨਾਮ ਦੇ ਨਾਲ ਜੁੜ ਕੇ ਇਹ ਮਨ ਹਰ ਰੋਮ ਰੋਮ ਕਰਕੇ ਉਸ ਅਕਾਲ ਪੁਰਖ ਦਾ ਸ਼ੁਕਰਾਨਾ ਕਰਦਾ। ਇਹ ਭਾਈ ਸਭ ਦਾਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਆਪਣੇ ਪਿਆਰੇ ਆਪਣੇ ਭਗਤਾਂ ਨੂੰ ਦੇ ਦਿੰਦੇ ਹਨ। ਹੋਏ ਕਿਰਪਾਲ ਸੁਆਮੀ ਆਪਣਾ, ਨਾਉ ਨਾਨਕ ਕਰ ਮਹਿ ਆਇਆ ਜੀਓ। ਉਹ ਸੁਆਮੀ, ਉਹ ਵਾਹਿਗੁਰੂ ਨਿਰੰਕਾਰ ਸੱਚੇ ਪਾਤਸ਼ਾਹ ਜੀ ਕਿਰਪਾਲੂ ਦਿਆਲੂ, ਜਿਸ ਨੇ ਕਿਰਪਾ ਕੀਤੀ ਆਪਣੇ ਪਿਆਰੇ ਦੇ ਉੱਤੇ, ਤੇ ਉਹ ਜਿਹੜਾ ਸੱਚਾ ਨਾਮ ਹੈ, ਸ਼ਬਦ ਹੈ, ਉਹ ਇਹ ਘਰ ਦੇ ਵਿੱਚੋਂ ਹਿਰਦੇ ਦੇ ਵਿੱਚੋਂ ਹੀ ਪ੍ਰਗਟ ਹੋ ਗਿਆ। ਮਾਝ ਮਹਿਲਾ ਪੰਜਵਾਂ, ਸੁਣ ਸੁਣ ਜੀਵਾਂ ਸੋਏ ਤੁਮਾਰੀ, ਤੂੰ ਪ੍ਰੀਤਮ ਠਾਕੁਰ ਅਤ ਭਾਰੀ। ਸੁਣ ਸੁਣ ਜੀਵਾਂ ਸੋਏ ਤੁਮਾਰੀ, हे ਅਕਾਲ ਪੁਰਖ ਨਿਰੰਕਾਰ ਜੀ, ਮੈਂ ਤੁਹਾਡੀ ਸੋਭਾ ਸੁਣ ਸੁਣ ਕੇ ਆਨੰਦ ਦੇ ਵਿੱਚ ਆਉਂਦਾ ਹਾਂ, ਮੈਨੂੰ ਖੁਸ਼ੀ ਪ੍ਰਾਪਤ ਹੁੰਦੀ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ। ਔਰ ਜਿੱਦਾਂ ਜਿੱਦਾਂ ਮੈਂ ਆਪ ਜੀ ਦੀ ਸੋਭਾ ਸੁਣਦਾ ਹਾਂ, ਉਸੇ ਤਰ੍ਹਾਂ ਮੈਨੂੰ ਆਨੰਦ, ਮੈਂ ਆਪਣੇ ਆਪ ਨੂੰ ਮੇਰੇ ਵਾਹਿਗੁਰੂ ਜੀ ਸੀਤਲਤਾ ਦੇ ਵਿੱਚ, ਮੈਂ ਆਨੰਦ ਦੇ ਵਿੱਚ, ਔਰ ਮੈਂ ਸੰਤੋਖੀ ਆਪਣੇ ਆਪ ਨੂੰ ਮਹਿਸੂਸ ਕਰਨਾ ਸ਼ੁਰੂ ਹੁੰਦਾ। ਤੂੰ ਪ੍ਰੀਤਮ ਠਾਕੁਰ ਅਤ ਭਾਰੀ, ਮੇਰੇ ਵਾਹਿਗੁਰੂ ਤੁਸੀਂ ਬਹੁਤ ਵੱਡੇ ਦਿਆਲੂ ਕਿਰਪਾਲੂ ਨਿਰੰਕਾਰ ਵਾਹਿਗੁਰੂ ਜੀਓ ਹੋ। ਤੁਮਰੇ ਕਰਤਬ ਤੁਮ ਹੀ ਜਾਣੋ, ਤੁਮਰੀ ਓਟ ਗੋਪਾਲਾ ਜੀਓ। ਸਤਿਗੁਰ ਸੱਚੇ ਪਾਤਸ਼ਾਹ ਜੀ ਜਿਹੜੇ ਕਰਤਬ ਕਹਿੰਦੇ ਨੇ ਆਸਰੇ ਨੂੰ, ਆਪ ਦਾ ਸਤਿਗੁਰ ਸੱਚੇ ਪਾਤਸ਼ਾਹ ਜੀ ਜਿਹੜਾ ਕੋਈ ਫਰਜ਼ ਵੀ ਕਹਿ ਦਿੰਦੇ ਹਾਂ ਆਪਾਂ, ਜਿਹੜੇ ਤੁਸੀਂ ਖੇਡ ਕਰ ਰਹੇ ਹੋ, ਚੋਜ ਕਰ ਰਹੇ ਹੋ ਸਤਿਗੁਰ, ਇਹ ਚੋਜ ਤੁਸੀਂ ਆਪ ਹੀ ਜਾਣਦੇ ਹੋ। ਇਹ ਸਾਰੇ ਆਪ ਜੀ ਦੇ ਹੀ ਚੋਜ ਨੇ, ਆਪ ਹੀ ਇਹਨਾਂ ਨੂੰ ਜਾਣਦੇ ਹੋ। ਤੇ ਇਸੇ ਤਰ੍ਹਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਤਾਂ ਹੁਣ ਭਰੋਸਾ ਬਹਿ ਗਿਆ, ਬਣ ਗਿਆ ਕਿ ਤੁਮਰੀ ਓਟ ਗੋਪਾਲਾ ਜੀ, ਗੋ ਹੁੰਦਾ ਸੰਸਾਰਨ ਤੇ ਪਾਲਾ ਪਾਲਣ ਵਾਲਾ। ਇਹ ਵੱਖਰੇ ਵੱਖਰੇ ਜਿਨ੍ਹਾਂ ਨੇ ਜਿੱਦੂ ਰੂਪ ਦੇ ਵਿੱਚ ਪ੍ਰੀਤਮ ਵਾਹਿਗੁਰੂ ਨੂੰ ਦੇਖਿਆ, ਉਦਾਂ ਉਹਨਾਂ ਦੇ ਨਾਮ ਰੱਖ ਲਏ। ਬੇਅੰਤ ਵੱਖਰੇ ਵੱਖਰੇ ਨਾਮ ਸਤਿਗੁਰ ਸੱਚੇ ਪਾਤਸ਼ਾਹ ਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਸਮਝਾਏ ਨੇ। ਸੋ ਪਰ ਜਿਹੜਾ ਸੱਚਾ ਨਾਮ ਹੈ, ਉਹ ਸੱਚਾ ਨਾਮ, ਹਰ ਨਾਮ ਹੀ ਸੱਚਾ ਹੈ, ਉਹ ਵਾਹਿਗੁਰੂ ਦਾ, ਜਿਹਦੇ ਨਾਲ ਸਾਨੂੰ ਉਹਦੀ ਯਾਦ ਤੇ ਉਹਦੇ ਨਾਲ ਪ੍ਰੇਮ ਵੱਜੇ। ਸੋ ਇਸ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ, ਉਹ ਤੁਹਾਨੂੰ ਸਾਨੂੰ ਤਾਂ ਤੁਹਾਡੀ ਹੀ ਓਟ ਹੈ, ਇਸ ਸੰਸਾਰ ਦੇ ਪ੍ਰਤਪਾਲਕ ਜੀਓ। ਗੁਣ ਗਾਵਤ ਮਨ ਹਰਿਆ ਹੋਵੇ, ਕਥਾ ਸੁਣਤ ਮਲ ਸਗਲੀ ਖੋਵੇ। ਵਾਹਿਗੁਰੂ ਜੀ, ਜਦੋਂ ਮੈਂ ਆਪ ਜੀ ਦੇ ਗੁਣ ਹੀ ਸੁਣਦਾ ਹਾਂ, ਜਦੋਂ ਮੈਂ ਆਪ ਜੀ ਦੀ ਵਡਿਆਈ ਸੁਣਦਾ ਹਾਂ, ਆਪ ਜੀ ਦੀ ਸੋਭਾ ਸੁਣਦਾ, ਮੇਰਾ ਮਨ ਤਾਂ ਉਸ ਵੇਲੇ ਹਰਿਆ ਹੋ ਜਾਂਦਾ। ਮੇਰਾ ਮਨ ਉਸ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਜੀ ਉਹ ਆਨੰਦ ਦੇ ਵਿੱਚ ਆ ਜਾਂਦਾ ਹੈ। ਕਥਾ ਸੁਣਤ ਮਲ ਸਗਲੀ ਖੋਵੇ ਜੀ। ਜਦੋਂ ਮੈਂ ਆਪ ਜੀ ਦੀ, ਆਪ ਦੇ ਪਿਆਰਿਆਂ ਦੇ ਕੋਲੋਂ ਵਡਿਆਈ ਸੁਣਦਾ, ਨਿਰੰਕਾਰ ਸੱਚੇ ਪਾਤਸ਼ਾਹ ਦੀ ਆਪਾਂ ਵਡਿਆਈ ਹੀ ਕਰ ਰਹੇ ਹਾਂ, ਜਿਹਦੇ ਨਾਲ ਸਾਡੇ ਅੰਦਰ ਵਿਕਾਰਾਂ ਦੀ ਮੈਲ ਦੂਰ ਹੋ ਜਾਵੇ। ਬਸ ਸਾਡਾ ਆਪਣਾ ਤਾਂ ਕੰਮ ਇਹੀ ਹੈ ਨਾ, ਬਾਕੀ ਦਾ ਸਭ ਕੁਝ ਨਿਰੰਕਾਰ ਸਭ ਦੇ ਚੋਜ ਤਮਾਸ਼ੇ ਨੇ। ਜਿੱਦਾਂ ਉਹਨੇ ਖੇਡਣਾ, ਜਿੱਦਾਂ ਉਸਨੇ ਖਿਡਾਉਣਾ, ਉਹ ਉਹਦੀ ਆਪਣੀ ਰਜ਼ਾ ਹੈ। ਕਹਿੰਦੇ ਕਥਾ ਸੁਣਤ ਮਲ ਸਗਲੀ ਨਾ, ਕਹਿੰਦੇ ਸਤਿਗੁਰੂ ਜੀ ਆਪ ਦੀ ਵਡਿਆਈ ਸੁਣਨ ਦੇ ਨਾਲ ਸਾਰੀ ਮੈਲ ਮੈਂ ਖੋ ਦਿੰਦਾ, ਖਤਮ ਹੋ ਜਾਂਦੀ ਮੇਰੀ ਮੈਲ, ਜਿਹੜੀ ਪਤਾ ਨਹੀਂ ਕਿੰਨੇ ਕੁ ਜਨਮਾਂ ਦੀ ਮੇਰੇ ਇਸ ਮਨ ਦੇ ਉੱਤੇ ਚੜੀ ਹੋਈ ਹੈ। ਪੇਟਤ ਸੰਗ ਸਾਧ ਸੰਤਨ ਕੈ, ਸਦਾ ਜਪੋਂ ਦਇਆਲਾ ਜੀਓ। ਤੇਰੇ ਬਖਸ਼ਿਆਂ ਦੀ ਸੰਗਤ ਦੇ ਵਿੱਚ ਬੈਠ ਕੇ ਵਾਹਿਗੁਰੂ ਜੀ ਦਿਆਲੂ ਕਿਰਪਾਲੂ ਜੀਓ, ਮੈਂ ਜਿਸ ਵੇਲੇ ਨਾਮ ਜਪਦਾ ਹਾਂ, ਜਿਸ ਵੇਲੇ ਮੈਂ ਉਹਨਾਂ ਦੇ ਕੋਲੋਂ ਆਪ ਜੀ ਦੀ ਵਡਿਆਈ ਸੁਣਦਾ ਹਾਂ, ਮੇਰਾ ਹਿਰਦਾ ਗਦਗਦ ਹੋ ਜਾਂਦਾ, ਖੁਸ਼ੀਆਂ ਦਾ ਨਾਲ ਭਰ ਜਾਂਦਾ, ਆਨੰਦ ਨਾਲ ਭਰ ਜਾਂਦਾ ਹੈ। ਸਦਾ ਜਪੂ ਦਿਆਲਾ ਜੀਓ। ਉਸ ਵੇਲੇ ਫਿਰ ਮੈਂ ਇਸ ਤਰ੍ਹਾਂ ਅਨੁਭਵ ਕਰਦਾ ਹਾਂ, ਇਹ ਗਿਆਨ ਆਪਣੇ ਮਨ ਨੂੰ ਦਿੰਦਾ ਕਿ ਮੈਂ ਸਦਾ ਉਹ ਪ੍ਰੀਤਮ ਵਾਹਿਗੁਰੂ ਨੇ ਜਿੰਨਾ ਜ਼ਿਕਰ ਮੇਰੀ ਜ਼ਿੰਦਗੀ ਹੈ, ਉਸ ਦੇ ਹੀ ਗੁਣ ਗਾਉਂਦਾ ਰਹਾ। ਪ੍ਰਭ ਆਪਣਾ ਸਾਸ ਸਾਸ ਸਮਾਰੋ, ਇਹ ਮਤ ਗੁਰ ਪ੍ਰਸਾਦ ਮਨ ਤਾਰੋ। ਇਹ ਵਾਹਿਗੁਰੂ ਸੱਚੇ ਪਾਤਸ਼ਾਹ ਜੀਓ, ਮੈਂ ਆਪ ਜੀ ਨੂੰ, ਆਪਣੇ ਪ੍ਰੀਤਮ ਨੂੰ, ਜਿਹੜਾ ਮੇਰਾ ਰਖਵਾਲਾ ਹੈ, ਮੈਂ ਹਰ ਸਾਹ ਦੇ ਨਾਲ ਸਾਸ ਗ੍ਰਾਸ ਉਸ ਨਿਰੰਕਾਰ ਦੀ ਬੰਦਗੀ ਕਰਾਂ, ਸਾਸ ਗ੍ਰਾਸ ਮੈਂ ਉਸ ਦੀ ਵਡਿਆਈ ਕਰਾਂ, ਸਿਮਰਾਂ ਉਸ ਨੂੰ। ਇਹ ਮਤ ਗੁਰ ਪ੍ਰਸਾਦ ਮਨ ਤਾਰੂ। ਨਿਰੰਕਾਰ ਸੱਚੇ ਪਾਤਸ਼ਾਹ ਜੀ, ਇਹ ਮੈਂ ਸਿੱਖਿਆ ਆਪ ਜੀ ਦੇ ਕੋਲੋਂ ਮੰਗਦਾ ਹਾਂ। ਆਪ ਜੀ ਦੀ ਕਿਰਪਾ ਦੇ ਨਾਲ, ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਦੇ ਨਾਲ ਇਹ ਮੇਰੀ ਮਤ ਇਸ ਤਰ੍ਹਾਂ ਦੀ ਬਣ ਜਾਂਦੀ ਹੈ
ਕਿ ਮੈਂ ਇਹ ਅਕਾਲ ਪੁਰਖ ਵਾਹਿਗੁਰੂ ਜੀਓ ਆਪ ਨੂੰ ਸਦਾ ਆਪਣੇ ਮਨ ਦੇ ਵਿੱਚ ਟਿਕਾ ਕੇ ਧਾਰ ਕੇ ਰੱਖਦਾ ਹਾਂ। ਤੁਮਰੀ ਕਿਰਪਾ ਤੇ ਹੋਏ ਪਰਗਾਸਾ ਸਰਬ ਮਇਆ ਪ੍ਰਿਤਪਾਲਾ ਜੀਓ। ਸਤਿਗੁਰ ਜੀ ਤੁਹਾਡੀ ਕਿਰਪਾ ਦੇ ਨਾਲ, ਤੁਹਾਡੇ ਗਿਆਨ ਦੇ ਨਾਲ, ਤੁਹਾਡੇ ਹੁਕਮ ਨੂੰ ਪਹਿਚਾਨਣ ਨਾਲ ਮੇਰੇ ਅੰਦਰ ਗਿਆਨ ਦਾ ਚਿਰਾਗ ਜਗ ਪਿਆ, ਮੈਨੂੰ ਸੱਚਾ ਮਾਰਗ ਦਿਸ ਪਿਆ ਅੰਦਰੋਂ ਹੀ। ਸਤਿਗੁਰ ਸੱਚੇ ਪਾਤਸ਼ਾਹ ਜੀ ਇਹ ਸਰਬ ਮਾਇਆ ਪ੍ਰਿਤਪਾਲਾ ਜੀਓ ਆਪ ਸਾਰਿਆਂ ਦੇ ਉੱਤੇ, ਇੱਥੇ ਮਾਇਆ ਕਿਰਪਾ ਨੂੰ ਆਖਿਆ ਹੈ। ਆਪ ਹੀ ਕਿਰਪਾ ਕਰਕੇ ਸਾਰੇ ਜੀਵਾਂ ਦੀ ਪ੍ਰਤਿਪਾਲਨਾ ਕਰਦੇ ਹੋ। ਸਤ 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 ਪ੍ਰਭ ਸੋਈ ਸਦਾ ਸਦਾ ਸਦ ਆਪੇ ਹੋਈ। ਸਤ ਕਹਿੰਦੇ ਨੇ ਸੱਚ ਨੂੰ, ਇੱਥੇ ਉੱਚੇ ਸੁੱਚੇ ਨੂੰ, ਜਿਹਦੇ ਵਰਗਾ ਹੋਰ ਕੋਈ ਨਾ ਹੋਵੇ, ਤੇ 3 ਵਾਰ ਆਉਂਦਾ ਹੈ ਇਹ ਸਤ ਸਤ। ਸੱਚਾ 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 ਪ੍ਰਭੂ ਇੱਕੋ ਹੀ ਅਕਾਲ ਪੁਰਖ ਵਾਹਿਗੁਰੂ ਉਹੀ ਹੀ ਹੈ। ਸਦਾ ਸਦਾ ਸਦ ਆਪੇ ਹੋਈ। ਔਰ ਜੋ ਸਮਾਂ ਬੀਤ ਗਿਆ ਹੈ, ਜਿਹਨੂੰ ਅਸੀਂ ਭੂਤਕਾਲ ਕਹਿੰਦੇ ਹਾਂ, ਉਹਦੇ ਵਿੱਚ ਵੀ ਉਹ ਸੱਚ ਸੀ। ਆ ਵਰਤਮਾਨ ਸਮੇਂ ਦੇ ਵਿੱਚ ਵੀ ਉਹ ਸੱਚ ਹੈ। ਭਵਿੱਖ ਕਾਲ ਜਿਹੜਾ ਆਉਣ ਵਾਲਾ ਸਮਾਂ ਜਿਹਦੇ ਬਾਰੇ ਸਾਨੂੰ ਗਿਆਨ ਕੋਈ ਨਹੀਂ, ਉਹਦੇ ਵਿੱਚ ਵੀ ਉਹ ਸਦਾ ਸੱਚ ਰਹੇਗਾ। ਸੋ ਉਹ ਸੱਚਾ ਪ੍ਰੀਤਮ ਹਰ ਜਗ੍ਹਾ ਦੇ ਉੱਤੇ ਸੱਚ ਬਣ ਕੇ ਮੌਜੂਦ ਪਹਿਲਾਂ ਸੀ, ਹੁਣ ਹੈ, ਅਗਾਂਹ ਰਹੇਗਾ। ਚਲਤ ਤੁਮਾਰੇ ਪ੍ਰਗਟ ਪਿਆਰੇ ਦੇਖ ਨਾਨਕ ਪਏ ਨਿਹਾਲਾ ਜੀਓ। ਜਿਹੜੇ ਚਲਤ ਹੁੰਦੇ ਨੇ ਚਰਿੱਤਰ, ਚਰਿੱਤਰ ਹੁੰਦੇ ਨੇ ਖੇਡ ਤਮਾਸ਼ੇ। ਸਤਿਗੁਰ ਸੱਚੇ ਪਾਤਸ਼ਾਹ ਜੀ ਆਪ ਜਿਹੜੇ ਤੁਹਾਡੇ ਚਰਿੱਤਰ ਨੇ ਵਾਹਿਗੁਰੂ, ਜਿਹੜੀ ਤੁਹਾਡੀ ਰਹਿਮਤ ਹੈ, ਜਿਹੜੀ ਤੁਹਾਡੀ ਕਿਰਪਾ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ, ਇਸ ਚਲਤ ਤੁਮਾਰੇ ਪ੍ਰਗਟ ਪਿਆਰੇ, ਇਹ ਸਾਨੂੰ ਜਿਹੜੇ ਆਪ ਜੀ ਦੇ ਚੋਜ ਨੇ ਇਹ ਬੜੇ ਚੰਗੇ ਲੱਗਦੇ ਨੇ ਮਾਲਕ, ਕਿਉਂਕਿ ਇਹ ਜਿਹੜੀ ਕਾਇਨਾਤ ਹੈ ਤੁਹਾਡੀਆਂ ਜਿੱਥੇ ਜਿੱਥੇ ਵੀ ਸ਼ਕਤੀਆਂ ਦਾ ਆਪ ਜੀ ਨੇ ਪ੍ਰਦਰਸ਼ਨ ਲਾਇਆ ਹੋਇਆ ਹੈ, ਇਹ ਸ਼ਕਤੀਆਂ ਦੇ ਵਿੱਚ ਤੁਸੀਂ ਹੀ ਸਾਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਨਜ਼ਰ ਆਉਂਦੇ ਹੋ। ਦੇਖ ਨਾਨਕ ਭੈ ਨਿਹਾਲਾ ਜੀਓ। ਸੋ ਚਰਿੱਤਰ ਆਪ ਜੀ ਦੇ ਸਾਨੂੰ ਬਹੁਤ ਚੰਗੇ ਲੱਗਦੇ ਨੇ, ਔਰ ਇਹਨਾਂ ਨੂੰ ਦੇਖ ਦੇਖ ਕੇ ਸਾਡਾ ਮਨ ਨਿਹਾਲ ਹੁੰਦਾ ਹੈ, ਖੁਸ਼ ਹੁੰਦਾ ਹੈ, ਆਨੰਦ ਦੇ ਵਿੱਚ ਆਉਂਦਾ ਹੈ। ਮਾਜ ਮਹਿਲਾ ਪੰਜਵਾਂ ਹੁਕਮੀ ਵਰਸਨ ਲਾਗੇ ਮੇਹਾ ਸਾਜਨ ਸੰਤ ਮਿਲ ਨਾਮ ਜਪੇਹਾ। ਵਾਹਿਗੁਰੂ ਜੀ ਜਿਹੜੀ ਸੰਸਾਰ ਦੇ ਉੱਤੇ ਬਰਸਾਤ ਹੁੰਦੀ ਹੈ, ਇਹ ਆਪ ਜੀ ਦੇ ਹੁਕਮ ਦੇ ਵਿੱਚ ਹੁੰਦੀ ਹੈ। ਆਪ ਜੀ ਦੇ ਹੁਕਮ ਦੇ ਵਿੱਚ ਹੁੰਦੀ ਬਰਸਾਤ। ਹੁਣ ਪਰ ਇੱਥੇ ਜਿਹੜੀ ਸਤਿਗੁਰ ਸੱਚੇ ਪਾਤਸ਼ਾਹ ਜੀ ਬਰਸਾਤ ਦੀ ਗੱਲ ਕਰਦੇ ਨੇ, ਜਦੋਂ ਆਪ ਬੱਦਲ ਰੂਪੀ ਬਣ ਕੇ ਨਿਰੰਕਾਰ ਵਾਹਿਗੁਰੂ ਜੀਓ ਨਾਮ ਦੇ ਅੰਮ੍ਰਿਤ ਦੀ ਵਰਖਾ ਕਰਦੇ ਹੋ, ਉਹ ਜਿਹੜੀ ਵਰਖਾ ਸੰਸਾਰ ਦੇ ਉੱਤੇ ਕਰਦੇ ਹੋ, ਉਹਦੇ ਕਿਰਪਾ ਦੇ ਨਾਲ, ਉਹਦੀ ਰਹਿਮਤ ਨਾਲ ਕਿਰਪਾ ਦੀ ਬਰਸਾਤ ਜਦੋਂ ਸਾਡੇ ਉੱਤੇ ਆਪ ਜੀ ਦੀ ਹੁੰਦੀ ਆ, ਫਿਰ ਉਸ ਵੇਲੇ ਮੇਰੇ ਜਿਹੜੇ ਸੱਜਣ ਨੇ, ਜਿਹੜੇ ਆਪ ਜੀ ਦੇ ਸੰਤ ਨੇ, ਉਹ ਸਾਰੇ ਮਿਲ ਕੇ ਆਪ ਜੀ ਦਾ ਸ਼ੁਕਰਾਨਾ ਕਰਦੇ ਨੇ, ਆਪ ਜੀ ਨੂੰ ਧੰਨ ਧੰਨ ਕਹਿੰਦੇ ਨੇ, ਆਪ ਜੀ ਨੂੰ ਜਪਦੇ ਨੇ, ਆਪ ਜੀ ਦੀਆਂ ਵਡਿਆਈਆਂ ਕਰਦੇ ਹਨ। ਸੀਤਲ ਸ਼ਾਂਤ ਸਹਿਜ ਸੁਖ ਪਾਇਆ ਠਾਂਡ ਪਾਈ ਪ੍ਰਭ ਆਪੇ ਜੀਓ। ਸੀਤਲ ਕਹਿੰਦੇ ਨੇ ਠੰਡੀ ਜਗ੍ਹਾ ਨੂੰ ਉੱਤੇ, ਜਿੱਥੇ ਜਾਣ ਕੇ ਠੰਡ ਵਰਤਦੀ ਹੋਵੇ, ਜਿੱਥੇ ਕਿਸੇ ਤਰ੍ਹਾਂ ਦੀ ਕੋਈ ਗਰਮੀ ਨਾ ਹੋਵੇ। ਕਹਿੰਦੇ ਮਾਲਕ ਸੱਚੇ ਪਾਤਸ਼ਾਹ ਜੀ ਜਿਸ ਵੇਲੇ ਸਾਰੇ ਜਿਹੜੇ ਇਕੱਠੇ ਹੋ ਕੇ ਆਪ ਜੀ ਦੀ ਵਡਿਆਈ ਕਰਦੇ ਨੇ, ਆਪ ਜੀ ਦੀ ਸਿਫਤ ਕਰਦੇ ਨੇ, ਉਸ ਵੇਲੇ ਇਹ ਮਨ ਨੂੰ ਸੀਤਲਤਾ, ਠੰਡ ਪ੍ਰਾਪਤ ਹੁੰਦੀ ਹੈ। ਸਹਿਤ ਆਤਮਕ ਅਡੋਲਤਾ ਵਾਲਾ ਸੁਖ ਪ੍ਰਾਪਤ ਸਾਨੂੰ ਹੋ ਜਾਂਦਾ ਹੈ। ਠੰਡ ਭਾਈ ਪ੍ਰਭ ਆਪੇ ਜੀਓ, ਇਹ ਨਿਰੰਕਾਰ ਸੱਚੇ ਪਾਤਸ਼ਾਹ ਜੀਓ, ਠੰਡ ਤੋਂ ਕਿਰਪਾ, ਇਹ ਨਿਰੰਕਾਰ ਵਾਹਿਗੁਰੂ ਨੇ ਆਪੇ ਸਾਰਿਆਂ ਦੇ ਉੱਤੇ ਕਿਰਪਾ ਕੀਤੀ ਹੈ। ਸਭ ਕਿਛ ਬਹੁਤੋ ਬਹੁਤ ਉਪਾਇਆ ਕਰ ਕਿਰਪਾ ਪ੍ਰਭ ਸਗਲ ਰਜਾਇਆ। ਸਭ ਕੁਝ ਬਹੁਤ ਤੋਂ ਬਹੁਤ ਉਪਾਇਆ। ਮਾਲਕ ਸੱਚੇ ਪਾਤਸ਼ਾਹ ਤੁਹਾਡੇ ਖਜ਼ਾਨੇ ਕਿਸ ਤਰ੍ਹਾਂ ਦੇ ਨੇ? ਖਜ਼ਾਨਿਆਂ ਦੇ ਵਿੱਚ ਇੰਨਾ ਉਹਨਾਂ ਖਜ਼ਾਨਿਆਂ ਨੂੰ ਤੁਸੀਂ ਭਰਪੂਰ ਕੀਤਾ ਹੋਇਆ ਜਿਹਦੇ ਕਦੇ ਖਤਮ ਨਹੀਂ ਹੋ ਸਕਦੇ। ਪਤਾ ਨਹੀਂ ਕਿੰਨੇ ਕੁ ਯੁੱਗਾਂ ਤੋਂ ਲੋਕ ਖਾ ਰਹੇ ਨੇ, ਤੇ ਪਤਾ ਨਹੀਂ ਕਿੰਨੇ ਕੁ ਯੁੱਗ ਹੋਰ ਆਪ ਜੀ ਦੇ ਕੋਲੋਂ ਮੰਗ ਕੇ ਲੋਕ ਖਾਣਗੇ। ਅੱਜ ਵੀ ਸੰਸਾਰ ਦਾ ਹਰ ਜੀਵ ਆਪਦੇ ਕੋਲੋਂ ਦਾਤਾ ਹੀ ਮੰਗ ਰਿਹਾ ਨਿਰੰਕਾਰ ਜੀਓ। ਸੋ ਇਸ ਕਰਕੇ ਮਾਲਕ ਮੈਨੂੰ ਇਸ ਤਰ੍ਹਾਂ ਅਨੁਭਵ ਹੋ ਰਿਹਾ, ਮੈਂ ਆਪ ਜੀ ਦਾ ਸ਼ੁਕਰਾਨਾ ਕਰਦਾ ਹਾਂ। ਮੈਂ ਗਦਗਦ ਹੁੰਦਾ ਇਹ ਚੀਜ਼ਾਂ ਸੋਚ ਕੇ ਕਿ ਇਹ ਜਿਹੜੇ ਤੁਹਾਡੇ ਸ਼ੁਭ ਗੁਣਾਂ ਦੇ ਖਜ਼ਾਨੇ ਨੇ, ਇਹ ਬਹੁਤ ਨੇ,
ਕਦੀ ਵੀ ਇਹਨਾਂ ਦੇ ਵਿੱਚ ਤੋਟ ਨਹੀਂ ਆ ਸਕਦੀ। ਕਰ ਕਿਰਪਾ ਪ੍ਰਭ ਸਗਲ ਰਜਾਇਆ, ਪਰ ਗੁਰੂ ਨਿਰੰਕਾਰ ਆਪ ਹੀ ਕਿਰਪਾ ਕਰਕੇ ਸੰਸਾਰ ਨੂੰ ਇਹ ਦਾਤਾਂ ਦੇ ਰਹੇ ਹਨ। ਸਾਰਿਆਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਆਪ ਨੇ ਤ੍ਰਿਪਤ ਕੀਤਾ ਹੋਇਆ ਹੈ। ਦਾਤ ਕਰੋ ਮੇਰੇ ਦਾਤਾਰਾ, ਜੀ ਜੰਤ ਸਭ ਤਰਾਪੇ ਜੀਓ। ਵਾਹਿਗੁਰੂ ਜੀ ਹੁਣ ਕਿਰਪਾ ਕਰੋ, ਇੱਕ ਦਾਤ ਹੋਰ ਕਰ ਦਿਓ ਇਸ ਸੰਸਾਰ ਦੇ ਉੱਤੇ। ਦਾਤ ਕਰੋ ਮੇਰੇ ਦਾਤਾਰਾ, ਹੈ ਮੇਰੇ ਪ੍ਰੀਤਮ ਵਾਹਿਗੁਰੂ, ਇੱਕ ਦਾਤ ਹੋਰ ਕਰ ਦੇਵੋ। ਉਹ ਕਿਹੜੀ ਦਾਤ? ਜੀ ਜੰਤ ਸਭ ਤਰਾਪੇ ਜੀਓ। ਕੋਈ ਮਨਮੁਖ ਹੋਵੇ, ਕੋਈ ਗੁਰਮੁਖ ਹੋਵੇ, ਕੋਈ ਉੱਚਾ ਹੋਵੇ, ਕੋਈ ਨੀਵਾਂ ਹੋਵੇ, ਕੋਈ ਖੱਬੇ ਹੋਵੇ, ਕੋਈ ਸੱਜੇ ਹੋਵੇ। ਵਾਹਿਗੁਰੂ ਤਿੰਨਾਂ ਭਵਨਾਂ ਦੇ ਵਿੱਚ ਤੁਸੀਂ ਸਰਵ ਵਿਆਪਕ ਹੋ ਨਿਰੰਕਾਰ, ਸਾਰੇ ਜੀਆਂ ਨੂੰ ਤ੍ਰਿਪਤ ਕਰ ਦੇਵੋ। ਤਰਾਪੇ ਦਾ ਮਤਲਬ ਹੁੰਦਾ ਤ੍ਰਿਪਤ ਹੋ ਜਾਵਣ। ਉਹ ਆਪ ਜੀ ਦੀ ਕਿਰਪਾ ਐਸੀ ਹੋ ਜਾਵੇ ਕਿ ਸਾਰਿਆਂ ਦੀਆਂ ਆਸਾਂ ਮਨਸਾਂ ਪੂਰੀਆਂ ਹੋ ਜਾਵਣ, ਸਾਰੇ ਤ੍ਰਿਪਤ ਹੋ ਜਾਵਣ ਜੀਓ। ਸੱਚਾ ਸਾਹਿਬ ਸੱਚੀ ਨਾਈ, ਗੁਰ ਪ੍ਰਸਾਦ ਤਿਸ ਸਦਾ ਤੇ ਆਈ। ਉਹ ਵਾਹਿਗੁਰੂ ਸੱਚਾ ਸਾਹਿਬ ਹੈ, ਅਕਾਲ ਪੁਰਖ ਨਿਰੰਕਾਰ ਧੰਨ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਸੱਚੇ ਨੇ, ਤੇ ਸੱਚਾ ਹੀ ਉਹਨਾਂ ਦਾ ਨਾਮ ਹੈ ਜੋ ਸੰਸਾਰ ਦੇ ਉੱਤੇ ਅੰਮ੍ਰਿਤ ਦੀ ਵਰਖਾ ਕਰ ਰਿਹਾ, ਮਿਹਰ ਕਰ ਰਿਹਾ, ਰਹਿਮ ਕਰ ਰਿਹਾ। ਉਹ ਨਾਮ ਜਿਹੜਾ ਹੈ ਉਹ ਵੀ ਸੱਚਾ ਹੈ, ਪਰ ਗੁਰ ਪ੍ਰਸਾਦ ਤੇ ਸਦਾ ਧਿਆਈ ਗੁਰੂ ਦੀ ਕਿਰਪਾ ਦੇ ਨਾਲ। ਇਹ ਕਿਰਪਾ ਆਪਾਂ ਮੰਗਣੀ ਰੋਜ਼ ਵਾਹਿਗੁਰੂ ਦੇ ਕੋਲੋਂ ਅਰਦਾਸ ਕਰਕੇ ਵੀ ਵਾਹਿਗੁਰੂ ਜੀਓ ਸਾਨੂੰ ਜਨ ਬਣਾ ਕੇ ਆਪਣੀ ਕਿਰਪਾ ਕਰ ਦੇਵੋ ਸਾਡੇ ਉੱਤੇ, ਕਿ ਅਸੀਂ ਸਦਾ ਹੀ ਤੁਹਾਡੀ ਬੰਦਗੀ ਕਰਦੇ ਰਹੀਏ। ਜਨਮ ਮਰਨ ਪੈ ਕਾਟੇ ਮੋਹਾ, ਬਿਨ ਸੇ ਸੋਗ ਸੰਤਾਪੇ ਜੀਓ। ਤੇਰੀ ਰਹਿਮਤ ਨਾਲ, ਤੇਰੇ ਨਾਮ ਦੇ ਨਾਲ ਸਤਿਗੁਰ ਸੱਚੇ ਪਾਤਸ਼ਾਹ ਜੀ ਮੈਂ ਜਨਮ ਮਰਨ ਮੇਟ ਸਕਦਾ ਹਾਂ ਤੇ ਮੋਹ ਵੀ ਕੱਟਿਆ ਜਾ ਸਕਦਾ ਹਾਂ ਜਦੋਂ ਆਪ ਕਿਰਪਾ ਕਰੋਗੇ। ਸੋ ਇਹ ਜਨ ਬਣ ਕੇ ਆਪਾਂ ਅਰਦਾਸ ਕਰ ਰਹੇ ਹਾਂ ਸਤਿਗੁਰ ਦੇ ਚਰਨਾਂ ਦੇ ਵਿੱਚ ਵੀ ਹੇ ਵਾਹਿਗੁਰੂ ਮੈਨੂੰ ਐਸੇ ਨਾਮ ਦੀ ਨਾਮ ਨੂੰ ਪ੍ਰਗਟ ਕਰ ਦੇ ਜਿਹਦੇ ਨਾਮ ਦੇ ਨਾਲ ਮੇਰਾ ਜਨਮ ਮਰਨ ਤੇ ਭੈ ਤੇ ਮੋਹ ਸਾਰੇ ਕੱਟੇ ਜਾਂਦੇ ਨੇ, ਕੱਟ ਹੋ ਗਏ ਨੇ। ਬਿਨ ਸੇ ਸੋਗ ਸੰਤਾਪਿਆ ਜੀਓ, ਤੇ ਸਾਰੇ ਫਿਕਰ ਵੀ ਨਿਰੰਕਾਰ ਆਪ ਜੀ ਦੀ ਨਾਮ ਦੇ ਨਾਲ, ਆਪ ਜੀ ਦੇ ਹੁਕਮ ਦੇ ਨਾਲ, ਆਪ ਦੀ ਰਜ਼ਾ ਦੇ ਨਾਲ, ਆਪ ਜੀ ਦੇ ਭਾਣੇ ਦੇ ਵਿੱਚ ਰਹਿਣ ਦੇ ਨਾਲ, ਆਪ ਜੀ ਦੇ ਕੋਲੋਂ ਗਿਆਨ ਹਾਸਲ ਕਰਕੇ ਉਦੋਂ ਗਿਆਨ ਦੇ ਚੱਲਣ ਦੇ ਨਾਲ ਇਹ ਸਾਰੇ ਨਾਸ ਹੋ ਗਏ ਹਨ। ਸਾਸ ਸਾਸ ਨਾਨਕ ਸਾਲਾਹੇ, ਸਿਮਰਤ ਨਾਮ ਕਾਟੇ ਸਭ ਫਾਹੇ। ਗੁਰੂ ਨਿਰੰਕਾਰ ਸੱਚੇ ਪਾਤਸ਼ਾਹ ਜੀ ਆ ਕਹਿ ਰਹੇ ਨੇ ਵੀ ਸਾਸ ਸਾਸ ਨਾਨਕ ਸਲਾਹੇ। ਨਾਨਕ ਵੀ ਸਤਿਗੁਰੂ ਸਰੂਪ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਕਹਿ ਰਹੇ ਨੇ ਕਿ ਉਹ ਹਰ ਜੀਵ ਦੇ ਵਿੱਚ ਵਸੇ ਹੋਏ ਨੇ ਨਾ। ਕਹਿੰਦੇ ਨੇ ਵੀ ਉਹ ਨਾਨਕ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਹਰ ਸਵਾਸ ਦੇ ਨਾਲ ਉਹਦੀ ਵਡਿਆਈ ਕਰ ਰਹੇ ਨੇ। ਸਿਮਰਤ ਨਾਮ ਕਾਟੇ ਸਭ ਫਾਹੇ, ਕਹਿੰਦੇ ਉਸ ਵਾਹਿਗੁਰੂ ਦੇ ਨਾਮ ਨੂੰ ਸਿਮਰਨ ਕਰ ਕਰਕੇ ਨਿਰੰਕਾਰ ਜੀ ਕਹਿੰਦੇ ਨੇ ਇਹ ਜਮਾਂ ਦੇ ਵਿਕਾਰਾਂ ਦੇ ਸਾਰੇ ਫਾਹੇ ਵਾਹਿਗੁਰੂ ਅਕਾਲ ਪੁਰਖ ਜੀ ਕੱਟ ਹੋ ਗਏ ਹਨ। ਪੂਰਨੇ ਆਸ ਕਰੀ ਖਿਨ ਪੀਤਰ, ਹਰ 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 ਗੁਣ ਜਾਪੇ ਜੀਓ। ਸਤਿਗੁਰ ਸੱਚੇ ਪਾਤਸ਼ਾਹ ਜੀ ਮੈਂ ਤਾਂ ਪੂਰੀ ਆਸ ਕਰਕੇ ਬੈਠਾ ਹਾਂ। ਕਿਹੜੀ ਆਸ? ਖਿਨ ਪੀਤਰ, ਅੰਦਰ ਪੂਰੀ ਆਸਾ ਰੱਖ ਕੇ ਬੈਠਾ ਹੋਇਆ ਹਾਂ। ਇਹ ਸਭ ਕੁਝ ਤੁਹਾਡੀ ਕਿਰਪਾ ਦੇ ਨਾਲ ਹੀ ਹੋਣਾ, ਜਿਹੜਾ ਇਹ ਜਨਮ ਮਰਨ ਤੇ ਭੈ ਕੱਟ ਹੋਣਾ। ਸਤਿਗੁਰ ਸੱਚੇ ਪਾਤਸ਼ਾਹ ਜੀ ਮੈਂ ਤਾਂ ਆਪ ਜੀ ਦੇ ਕੋਲੋਂ ਇਹੀ ਦਾਤ ਮੰਗ ਰਿਹਾ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਪੂਰੀ ਆਸ ਇਹਦੇ ਉੱਤੇ ਲਾਈ ਹੋਈ ਆ, ਤੁਸੀਂ ਕਿਰਪਾ ਜ਼ਰੂਰ ਕਰੋਗੇ ਕਿ ਹਰ 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 ਗੁਣ ਜਾਪੇ ਜੀਓ। ਮੈਂ ਦਿਨ ਰਾਤ ਆਪ ਜੀ ਦੀ ਸਿਫਤ ਦੇ ਵਿੱਚ ਸਮਾਂ ਗੁਜ਼ਾਰਾਂ। ਮਾਝ ਮਹਿਲਾ ਪੰਜਵਾਂ, ਆਓ ਸਾਜਨ ਸੰਤ ਮੀਤ ਪਿਆਰੇ, ਮਿਲ ਗਾਵੇ ਗੁਣ ਅਗਮ ਅਪਾਰੇ। ਵਾਹਿਗੁਰੂ ਜੀ ਸਾਰੀ ਸੰਗਤ ਨੂੰ ਇਕੱਠਾ ਕਰਕੇ ਹੁਣ ਉਹਨਾਂ ਨੂੰ ਕਿੱਡੀਆਂ ਵਡਿਆਈਆਂ ਦੇ ਰਹੇ ਨੇ। ਕਹਿੰਦੇ ਨੇ ਆਓ ਮੇਰੇ ਸੱਜਣੋ, ਆਓ ਮੇਰੇ ਸੰਤੋ, ਆਓ ਮੇਰੇ ਮਿੱਤਰ ਪਿਆਰਿਓ, ਆਓ ਆਪਾਂ ਸਾਰੇ ਬੈਠ ਕੇ ਉਹ ਅਕਾਲ ਪੁਰਖ ਨਿਰੰਕਾਰ ਸੱਚੇ ਪਾਤਸ਼ਾਹ ਜਿਹੜਾ ਅਗੰਮ ਹੈ ਤੇ ਅਪਾਰ ਹੈ, ਜਿਹੜਾ ਆਨੰਦ ਨਹੀਂ ਪਾਇਆ ਜਾ ਸਕਦਾ, ਜੋ ਹਰ ਜਗ੍ਹਾ ਦੇ ਉੱਤੇ ਵਿਆਪਕ ਹੈ, ਉਹਦੇ ਗੁਣ ਗਾਈਏ। ਗਾਵਤ ਸੁਨਤ ਸਭੇ ਹੀ ਮੁਕਤੇ, ਸੋ ਧਿਆਈਏ ਜਿਨ ਹਮ ਕੀਏ ਜੀਓ। ਜਿਸ ਨੂੰ ਗਾਉਣ ਦੇ ਨਾਲ, ਸੁਣਨ ਦੇ ਨਾਲ, ਵਡਿਆਈ ਕਰਨ ਦੇ ਨਾਲ ਸਾਰੇ ਜੀਵ ਮੁਕਤ ਹੋ ਜਾਂਦੇ ਹਨ। ਮੁਕਤੀ ਮੋਖ ਦੁਆਰ
ਦਾ ਸਾਨੂੰ ਗਿਆਨ ਹੋ ਜਾਂਦਾ, ਮੁਕਤੀ ਦਾ ਦਰ ਸਾਨੂੰ ਪ੍ਰਾਪਤ ਹੋ ਜਾਂਦਾ ਹੈ। ਸੋ ਧਿਆਈਏ ਜਿਨ ਹਮ ਕੀਏ ਜੀਓ, ਉਸ ਅਕਾਲ ਪੁਰਖ ਨੂੰ ਆਪਾਂ ਧੰਨ ਧੰਨ ਕਹੀਏ, ਉਹਦੀ ਵਡਿਆਈ ਕਰੀਏ, ਉਹਦੀ ਸਿਫਤ ਕਰੀਏ, ਜਿਸ ਨੇ ਸਾਨੂੰ ਆਪ ਪ੍ਰਮਾਤਮਾ ਨੇ ਪੈਦਾ ਕਰਕੇ ਸਾਡੀ ਇੱਥੇ ਸੰਸਾਰ ਤੇ ਪ੍ਰਤਪਾਲਣਾ ਕਰ ਰਹੇ ਹਨ। ਜਨਮ ਜਨਮ ਕੇ ਕਿਲ ਵਿਖ ਜਾਵੈ, ਮਨ ਚਿੰਦੇ ਸੇਈ ਫਲ ਪਾਵੈ। ਸੋ ਗੁਰਮੁਖ ਪਿਆਰਿਓ ਸੰਤ ਜਨੋਂ ਬੈਠੋ, ਉਸ ਪ੍ਰੀਤਮ ਦਾ ਨਾਮ ਜਪੀਏ। ਨਾਮ ਜਪਣ ਦੇ ਨਾਲ ਸਾਡੇ ਜਨਮ ਜਨਮ ਦੇ ਕਿਲਵਕ, ਜਨਮ ਜਨਮ ਦੇ ਪਾਪ ਜਿਹੜੇ ਅਸੀਂ ਕੀਤੇ ਹੋਏ ਨੇ, ਉਹ ਸਾਰੇ ਨਿਰੰਕਾਰ ਦੀ ਕਿਰਪਾ ਨਾਲ, ਉਹ ਨਾਮ ਨਾਲ ਨਿਵਰਤ ਹੋ ਜਾਂਦੇ ਨੇ। ਤੇ ਇਦੋਂ ਨਾਮ ਦੀ ਕਿਰਪਾ ਦੇ ਨਾਲ ਮਨ ਚਿੰਦੇ ਸਹੀ ਫਲ ਪਾਵੇ। ਸਾਰੇ ਫਲ ਸਾਨੂੰ, ਸਾਰੇ ਪਦਾਰਥ ਵਾਹਿਗੁਰੂ ਨਿਰੰਕਾਰ ਸੱਚੇ ਪਾਤਸ਼ਾਹ ਦੇ ਕੋਲੋਂ ਪ੍ਰਾਪਤ ਹੋ ਜਾਂਦੇ ਹਨ। ਸਿਮਰ ਸਾਹਿਬ ਸੋ ਸੱਚ ਸੁਆਮੀ, ਰਿਜਕ ਸਭ ਸਕੋਂ ਦੀਏ ਜੀਓ। ਆਓ ਭਾਈ, ਉਹ ਸਦਾ ਕਾਇਮ ਰਹਿਣ ਵਾਲੇ ਪ੍ਰੀਤਮ ਵਾਹਿਗੁਰੂ ਦਾ ਨਾਮ ਆਪਾਂ ਜਪੀਏ, ਸਿਮਰਨ ਕਰੀਏ, ਉਹਨੂੰ, ਉਹਦੀ ਵਡਿਆਈ ਕਰੀਏ, ਜਿਸ ਨੇ ਰਿਜਕ ਦੇ ਕੇ ਸਾਰੇ ਸੰਸਾਰ ਨੂੰ ਖਾਣ ਪੀਣ ਦੀਆਂ ਵਸਤੂਆਂ ਦੇ ਕੇ ਸਤਿਗੁਰ ਸੱਚੇ ਪਾਤਸ਼ਾਹ ਨੇ ਰਹਿਮਤਾਂ ਕੀਤੀਆਂ ਹੋਈਆਂ ਨੇ ਸਾਰੇ ਸੰਸਾਰ ਨੂੰ। ਸਤਿਗੁਰ ਦੀ ਪ੍ਰਤਪਾਲਣਾ ਕਰ ਰਹੇ ਹਨ। ਨਾਮ ਜਪਤ ਸਰਬ ਸੁਖ ਪਾਈਐ, ਸਭ ਭਉ ਬਿਨਸੈ ਹਰ ਹਰ ਧਿਆਈਐ। ਸਤਿਗੁਰ ਦੇ ਨਾਮ ਜਪਣ ਦੇ ਨਾਲ ਵਾਹਿਗੁਰੂ ਜੀ ਕਹਿੰਦੇ ਸਾਰੇ ਸੁੱਖ ਤੁਹਾਨੂੰ ਪ੍ਰਾਪਤ ਹੋ ਜਾਣਗੇ, ਸਾਰੇ ਸੁੱਖ ਪ੍ਰਾਪਤ ਹੋ ਜਾਂਦੇ ਨੇ। ਔਰ ਇੱਥੇ ਵੀ ਜਿਨ੍ਹਾਂ ਨੇ ਪ੍ਰਾਪਤ ਕੀਤੇ ਨੇ, ਉਹ ਫਿਰ ਉਹ ਸਤਿਗੁਰੂ ਜੀ ਉਹਨਾਂ ਦੀ ਗੱਲ ਕਰਦੇ ਨੇ। ਸੰਗਤ ਬੈਠ ਕੇ, ਸੰਗਤ ਦੇ ਵਿੱਚ ਸਤਿਗੁਰੂ ਜੀ ਉਪਦੇਸ਼ ਦੇ ਰਹੇ ਨੇ, ਕਹਿੰਦੇ ਨਾਮ ਜਪਤ ਸਰਬ ਸੁਖ ਪਾਈਏ, ਸਾਰੇ ਸੁੱਖਾਂ ਦੀ ਪ੍ਰਾਪਤੀ ਸਾਨੂੰ ਹੋ ਜਾਂਦੀ ਆ ਵਾਹਿਗੁਰੂ ਸਤਿਗੁਰ ਸੱਚੇ ਪਾਤਸ਼ਾਹ ਦੇ ਨਾਮ ਨੂੰ ਜਪ ਜਪ ਕੇ। ਸਭ ਭਉ ਬਿਨਸੇ ਹਰ ਹਰ ਤੈਗੇ, ਸਾਰੇ ਭਰਮ, ਸਾਰੇ ਵਿਕਾਰੀ ਤੱਤ ਖਤਮ ਹੋ ਜਾਂਦੇ ਨੇ ਜਿਸ ਨੂੰ ਪ੍ਰੀਤਮ ਸੱਚੇ ਪਾਤਸ਼ਾਹ ਦੀ ਬੰਦਗੀ ਦੇ ਨਾਲ ਅਸੀਂ ਆਪਣੇ ਆਪ ਨੂੰ ਜੋੜ ਲੈਂਦੇ ਹਾਂ। ਜਿਨ ਸੇਵਿਆ ਸੋ ਪਾਰ ਗਿਰਾਮੀ, ਕਾਰਜ ਸਗਲੇ ਥੀਏ ਜੀਓ। ਜਿਨ੍ਹਾਂ ਨੇ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਬੰਦਗੀ ਕੀਤੀ, ਉਹਨਾਂ ਨੇ ਇਹ ਭਵ ਸਾਗਰ ਨੂੰ ਪਾਰ ਕਰ ਲਿਆ। ਨਿਰੰਕਾਰ ਰਹਿਮਤ ਕਰਦੇ ਨੇ, ਆਪ ਬਾਂਹ ਫੜ ਕੇ ਉਸ ਆਪਣੇ ਪਿਆਰੇ ਨੂੰ ਇਸ ਸੰਸਾਰ ਤੋਂ, ਵਿਕਾਰਾਂ ਦੇ ਭਰੇ ਉਸ ਸੰਸਾਰ ਤੋਂ, ਅੱਗ ਦੇ ਸਮੁੰਦਰ ਨੂੰ, ਵਿਕਾਰਾਂ ਦੇ ਸਮੁੰਦਰ ਤੋਂ ਪਾਰ ਕਰ ਲੈਂਦੇ ਨੇ। ਤੇ ਕਾਰਜ ਸਗਲੇ ਥੀਏ, ਜੋ ਸਾਰੇ ਕਾਰਜ ਆਪਣੇ ਭਗਤਾਂ ਦੇ, ਆਪਣੇ ਪਿਆਰਿਆਂ ਦੇ ਨਿਰੰਕਾਰ ਆਪ ਹੀ ਪੂਰੇ ਕਰ ਦਿੰਦੇ ਹਨ। ਆਏ ਪਿਆ ਤੇਰੀ ਸਰਣਾਈ, ਜਿਉ ਪਾਵੇ ਤਿਉ ਲਹਿ ਮਿਲਾਈ। ਵਾਹਿਗੁਰੂ ਜੀ, ਮੈਂ ਤਾਂ ਹੁਣ ਜਨ ਬਣ ਕੇ ਤੇਰੇ ਚਰਨਾਂ ਦੇ ਵਿੱਚ ਆ ਕੇ ਪੈ ਗਿਆ ਹਾਂ। ਮੈਂ ਤੇਰੀ ਸ਼ਰਨ ਦੇ ਵਿੱਚ, ਮੈਂ ਮੇਰੀ ਤਿਆਗ ਕੇ ਪੈ ਗਿਆ ਹਾਂ। ਸਤਿਗੁਰ ਸੱਚੇ ਪਾਤਸ਼ਾਹ ਜੀ, ਹੁਣ ਜਿੱਦਾਂ ਆਪ ਜੀ ਨੂੰ ਪਾਉਂਦਾ ਹੈ ਉਸੇ ਤਰ੍ਹਾਂ ਹੀ ਕਰੋ। ਹੁਣ ਤੱਕ ਕਬੀਰ ਹਮ ਕੁਕਰ ਰਾਮ ਕੇ ਮੁੱਤਿਆ, ਹਮਾਰਾ ਨਾਉ ਗਲੇ ਹਮਾਰੇ ਜੇਵਰੀ ਜੈ ਖਿੱਚੇ ਤੈ ਜਾਉ। ਹੁਣ ਜਿੱਦਾਂ ਆਪ ਜੀ ਨੂੰ ਪਾਉਂਦਾ ਉਸੇ ਤਰ੍ਹਾਂ ਹੀ ਮੇਰਾ ਜੀਵਨ ਸਤਿਗੁਰ ਸੱਚੇ ਪਾਤਸ਼ਾਹ ਜੀ ਚਲਾਓ। ਪਰ ਕਿਰਪਾ ਕਰੋ ਮੇਰੇ ਉੱਤੇ, ਜੋ ਭਾਵੇ ਤਿਉ ਲਹਿ ਮਲਾਏ ਜੀ, ਜਿੱਦਾਂ ਆਪ ਜੀ ਨੂੰ ਚੰਗਾ ਲੱਗਦਾ ਉਹ ਕਰਕੇ। ਪਰ ਅੰਤ ਦੀ ਅਰਦਾਸ ਮੇਰੀ ਹੈ, ਮੈਨੂੰ ਆਪਣੇ ਵਿੱਚ ਮਿਲਾ ਲੈਣਾ। ਕਰ ਕਿਰਪਾ ਪ੍ਰਭ ਭਗਤੀ ਲਾਵੋ, ਸਚ ਨਾਨਕ ਅੰਮ੍ਰਿਤ ਪੀਏ ਜੀਓ। ਵਾਹਿਗੁਰੂ ਜੀ, ਮੇਰੇ ਉੱਤੇ ਕਿਰਪਾ ਕਰ, ਮੇਰੇ ਤੇ ਤਰਸ ਕਰ ਸਤਿਗੁਰ ਸੱਚੇ ਪਾਤਸ਼ਾਹ ਜੀ। ਉਹ ਇਹ ਜੀਵਨ ਕਾਲ ਦੇ ਵਿੱਚ ਮੈਨੂੰ ਭਗਤੀ ਨਾਲ ਜੋੜ ਦੇ, ਆਪਣੀ ਸਿਫਤ ਸਲਾਹ ਦੇ ਨਾਲ ਜੋੜ ਦੇ। ਸਚ ਨਾਨਕ ਅੰਮ੍ਰਿਤ ਪੀਏ ਜੀਓ। ਸੱਚ ਦਾ ਨਾਮ ਜਿਹੜਾ ਮਾਲਕ ਸੱਚੇ ਪਾਤਸ਼ਾਹ ਜੀ ਨਿਰੰਕਾਰ ਜੀ ਕਹਿੰਦੇ ਨੇ, ਉਹ ਸਦਾ ਅਮਰ ਰਹਿਣ ਵਾਲਾ ਜਿਹੜਾ ਨਾਮ ਹੈ, ਉਸ ਦਾ ਮੈਂ ਅੰਮ੍ਰਿਤ ਹਰ ਵੇਲੇ ਸਤਿਗੁਰ ਜੀ ਉਸ ਨੂੰ ਜਪੀ ਜਾਵਾਂ, ਉਹਦੇ ਰਾਹੀਂ ਆਪ ਜੀ ਦੀ ਵਡਿਆਈ ਕਰੀ ਜਾਵਾਂ। ਮਾਝ ਮਹਿਲਾ ਪੰਜਵਾਂ, ਪੈ ਕਿਰਪਾਲ ਗੋਵਿੰਦ ਗੁਸਾਈ, ਮੇਘ ਵਰਸੈ ਸਭਨੀ ਥਾਈ। ਜਦੋਂ ਵਾਹਿਗੁਰੂ ਕਿਰਪਾਲੂ ਦਿਆਲੂ ਆਪ ਕਿਰਪਾ ਕਰਕੇ, ਗੋਬਿੰਦ ਵੀ ਉਹ ਪ੍ਰਮਾਤਮਾ ਦਾ ਇੱਕ ਨਾਮ ਹੈ ਜਿਹੜਾ ਸਤਿਗੁਰ ਸੱਚੇ ਪਾਤਸ਼ਾਹ ਜੀ ਇਸ ਸੰਸਾਰ ਦਾ ਪ੍ਰਤਪਾਲਣਾ ਕਰਦੇ ਨੇ, ਔਰ ਆਪ ਕਿਰਪਾਲੂ ਨੇ, ਔਰ ਆਪ ਬੱਦਲ ਰੂਪ ਬਣ ਕੇ ਮੀਂਹ ਪਾਉਂਦੇ ਨੇ। ਮੀਂਹ ਕਿਹੜਾ ਪਾਉਂਦੇ ਨੇ? ਪ੍ਰੇਮ ਦਾ, ਸਤਿਗੁਰ ਜੀ ਰਹਿਮਤ ਦਾ, ਦਿਆਲਤਾ ਦਾ ਮੀਂਹ ਪਾਉਂਦੇ ਨੇ। ਦੀਨ ਦਿਆਲ ਸਦਾ ਕਿਰਪਾਲਾ, ਠਾਂਡ ਪਾਈ ਕਰਤਾਰੇ ਜੀਓ। ਉਹ ਦੀਨਾਂ ਦਾ ਦਿਆਲ ਵਾਹਿਗੁਰੂ, ਅਨਾਥਾਂ ਦਾ ਰੱਖਣ ਵਾਲਾ, ਉਹਨਾਂ ਦੀ ਬਾਂਹ ਫੜਨ ਵਾਲਾ,
ਸਦਾ ਹੀ ਕਿਰਪਾਲੂ ਸੁਭਾਅ ਵਾਲਾ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਪ੍ਰੇਮ ਦਾ ਮੀਂਹ ਪਾ ਕੇ, ਆਪਣੇ ਨਾਮ ਦਾ ਮੀਂਹ ਪਾ ਕੇ ਇਹ ਜਲ ਦੇ ਭੋਜੇ ਸੰਸਾਰ ਦੇ ਉੱਤੇ ਠੰਡ ਵਰਤਾਉਂਦੇ ਹਨ। ਆਪਣੇ ਜੀ ਜੰਤ ਪ੍ਰਤਪਾਰੇ, ਜਿਉ ਬਾਰਿਕ ਮਾਤਾ ਸੰਮਾਰੈ। ਜਿੱਦਾਂ ਮਾਂ ਆਪਣੇ ਪੁੱਤਰ ਦੀ ਦੇਖਭਾਲਣ ਕਰਦੀ ਹੈ, ਬਹੁਤ ਮੋਹ ਕਰਦੀ, ਪਿਆਰ ਕਰਦੀ, ਸਤਿਗੁਰ ਸੱਚੇ ਪਾਤਸ਼ਾਹ ਵੀ ਆਪਣੇ ਜੀਆਂ ਜਨਤਾ ਦੇ ਨਾਲ 84 ਲੱਖ ਜੂਨ ਦੇ ਨਾਲ ਇਸੇ ਤਰ੍ਹਾਂ ਕਰਕੇ ਹੀ ਪ੍ਰਤਪਾਲਣਾ ਕਰਦੇ ਹਨ। ਦੁਖ ਭੰਜਨ ਸੁਖ ਸਾਗਰ ਸੁਆਮੀ, ਦੇਤ ਸਗਲ ਆਹਾਰੇ ਜੀਓ। ਸਾਰੇ ਦੁੱਖਾਂ ਨੂੰ ਖਤਮ ਕਰਨ ਵਾਲੇ ਸੁੱਖਾਂ ਦੇ ਸਾਗਰ ਅਕਾਲ ਪੁਰਖ ਵਾਹਿਗੁਰੂ ਜੀ, ਦੇਤ ਸਗਲ ਆਹਾਰੇ ਜੀਓ। ਤੁਸੀਂ ਸਾਰਿਆਂ ਨੂੰ ਵਾਹਿਗੁਰੂ ਜੀ ਆਹਾਰ ਕਹਿੰਦੇ ਨੇ, ਭੋਜਨ ਦੇਣਾ। ਤੁਸੀਂ ਸਾਰਿਆਂ ਨੂੰ ਇਹ ਸਤਿਗੁਰ ਸੱਚੇ ਪਾਤਸ਼ਾਹ ਜੀ ਭੋਜਨ ਦੇ ਰਹੇ ਹੋ, ਭੋਜਨ ਦਿੰਦਾ ਕਰਦੇ ਹੋ। ਜਲ ਥਲ ਪੂਰ ਰਹਿਆ ਮਿਰਵਾਨਾ, ਸਦ ਬਲਿਹਾਰ ਜਾਈਐ ਕੁਰਬਾਨਾ। ਉਹ ਤਾਂ ਦਇਆਲੂ ਕਿਰਪਾਲੂ ਮਿਹਰਬਾਨ ਜਲਾਂ ਦੇ ਵਿੱਚ, ਥਲਾਂ ਦੇ ਵਿੱਚ ਪੂਰਾ ਹੈ, ਸਾਰਿਆਂ ਦੇ ਉੱਤੇ ਪੂਰੀ ਕਿਰਪਾ ਬਣਾ ਕੇ ਰੱਖੀ ਹੋਈ ਉਸ ਮਿਹਰਬਾਨ ਨੂੰ ਮੈਂ ਸਦਾ ਹੀ ਉਸ ਦੇ ਉੱਤੋਂ ਕੁਰਬਾਨ ਬਲਿਹਾਰੇ ਜਾਵਾਂ। ਰਹਿਣ ਦਿਨ ਤਿਸ ਸਦਾ ਤੇ ਆਈ, ਜੇ ਖਿਨ ਮੈਂ ਸਗਲ ਉਧਾਰੇ ਜੀਓ। ਦਿਨ ਰਾਤ ਮੈਂ ਉਸ ਸਤਿਗੁਰ ਸੱਚੇ ਪਾਤਸ਼ਾਹ ਦੀ ਵਡਿਆਈ ਕਰਾਂ ਤੇ ਆਪਣੇ ਜੀਵਨ ਨੂੰ ਸਫਲ ਕਰਾਂ। ਜੇ ਖਿਨ ਮੈਂ ਸਗਲ ਉਧਾਰੇ, ਜਿਹੜਾ ਇੱਕ ਅੱਖ ਝਮਕਣ ਦੇ ਸਮੇਂ ਦੇ ਵਿੱਚ ਸਾਰਿਆਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਉਧਾਰ ਦਿੰਦੇ ਨੇ। ਉਧਾਰ ਦਾ ਮਤਲਬ ਇਹ ਭਵ ਸਾਗਰ ਤੋਂ ਤਾਰ ਦਿੰਦੇ ਹਨ। ਰਾਖ ਲਿਏ ਸਗਲੇ ਪ੍ਰਭ ਆਪੇ, ਉਤਰ ਗਏ ਸਭ ਸੋਗ ਸੰਤਾਪੇ। ਆਪਣੇ ਸੇਵਕਾਂ ਨੂੰ, ਆਪਣੇ ਪਿਆਰਿਆਂ ਨੂੰ, ਆਪਣੇ ਭਗਤਾਂ ਨੂੰ ਗੁਰੂ ਨਾਨਕ ਨਿਰੰਕਾਰ ਸੱਚੇ ਪਾਤਸ਼ਾਹ ਜੀ ਆਪ ਹੀ ਰੱਖ ਲੈਂਦੇ ਨੇ, ਆਪੇ ਹੱਥ ਦੇ ਕੇ ਰੱਖਦੇ ਨੇ, ਸਾਰਿਆਂ ਦੀ ਦੇਖਭਾਲ ਆਪ ਕਰਦੇ ਨੇ। ਉਹਨਾਂ ਦੀ ਕਿਰਪਾ ਦੇ ਨਾਲ ਸਾਰੇ ਸੋਗ ਤੇ ਸੰਤਾਪ ਭਰਮ ਮੇਰੇ ਦੂਰ ਹੋ ਗਏ ਹਨ। ਨਾਮ ਜਪਤ ਮਨ ਤਨ ਹਰਿਆਵਲ, ਪ੍ਰਭ ਨਾਨਕ ਨਦਰ ਨਿਹਾਰੇ ਜੀਓ। ਵਾਹਿਗੁਰੂ ਦੀ ਕਿਰਪਾ ਦੇ ਨਾਲ ਮੈਂ ਨਾਮ ਜਪ ਕੇ ਮੇਰਾ ਮਨ ਤੇ ਤਨ ਹਰਿਆਵਲ ਹੈ, ਹਰਿਆ ਹੈ, ਆਨੰਦ ਵਾਲਾ ਹੈ। ਇਸ ਕਰਕੇ ਅੰਦਰ ਹੁਣ ਕਿਸੇ ਤਰ੍ਹਾਂ ਦਾ ਵਿਕਾਰ ਨਹੀਂ ਮੈਨੂੰ ਛੂਹ ਸਕਦਾ। ਪ੍ਰਭ ਨਾਨਕ ਨਦਰ ਨਿਹਾਰੇ ਜੀਓ। ਨਿਰੰਕਾਰ ਸੱਚੇ ਪਾਤਸ਼ਾਹ ਜੀ ਆਪਣੇ ਸੇਵਕਾਂ ਦੇ ਉੱਤੇ ਮਿਹਰ ਕਰਦੇ ਨੇ, ਨਦਰ ਆਪਣੀ ਨਦਰ ਦੇ ਨਾਲ ਨਿਹਾਲ ਕਰ ਦਿੰਦੇ ਨੇ। ਆਪਣੀ ਨਦਰ ਦੇ ਨਾਲ ਉਹਨਾਂ ਨੂੰ ਮੁਕਤੀ ਦਾ ਦਰ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ। ਮੁਕਤੀ ਦਾ ਦਰ ਦਿਖਾ ਦਿੰਦੇ ਨੇ। ਜੀਵਨ ਦੀ ਬਾਜੀ ਨੂੰ ਇਸ ਸੰਸਾਰ ਤੋਂ ਜਿੱਤ ਕੇ ਜਾਂਦੇ ਹਨ ਉਹਨਾਂ ਦੀ ਕਿਰਪਾ ਦੇ ਨਾਲ। ਮਾਜ ਮਹਿਲਾ ਪੰਜਵਾਂ, ਜਿੱਥੇ ਨਾਮ ਜਪੀਏ ਪ੍ਰਭ ਪਿਆਰੇ, ਸੇ ਅਸਥਲ ਸੋਇਨ ਚੌਬਾਰੇ। ਸਤਿਗੁਰ ਸੱਚੇ ਪਾਤਸ਼ਾਹ ਜੀ ਜਿਸ ਨੇ ਵਾਪਸ ਗੋਇੰਦਵਾਲ ਇੱਕ ਵਾਰ ਆਏ ਨੇ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਉਂਦੇ ਜਾਂਦੇ ਰਹਿੰਦੇ ਸਨ। ਪਰ ਇੱਕ ਵਾਰ ਜਿਸ ਨੇ ਗੋਇੰਦਵਾਲ ਸਾਹਿਬ ਨੂੰ ਆਏ ਨੇ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਵੀ ਗੋਇੰਦਵਾਲ ਸਾਹਿਬ ਦੇ ਵਿੱਚ ਹੀ ਹੋਇਆ। ਉਹ ਚਵਾਰਾ ਜਿਹਨੂੰ ਅਸੀਂ ਮੋਹਨ ਜੀ ਦਾ ਵੀ ਚਵਾਰਾ ਆਖਦੇ ਹਾਂ, ਉੱਥੇ ਜਦੋਂ ਕਿਤੇ ਤੁਸੀਂ ਗੋਇੰਦਵਾਲ ਸਾਹਿਬ ਜਾਓ, ਬੌਲੀ ਸਾਹਿਬ ਦੇ ਦਰਸ਼ਨ ਕਰੋਗੇ, ਉਸ ਤੋਂ ਉਪਰੰਤ ਨਾਲ ਹੀ ਖੱਬੇ ਹੱਥ ਨੂੰ ਜਦੋਂ ਜਾਓਗੇ ਉੱਥੇ ਚਵਾਰਾ ਸਾਹਿਬ ਹੈ। ਇਹ ਚਵਾਰਾ ਸਾਹਿਬ ਦੇ ਵਿੱਚ ਉਹ ਕਿੱਲੀ ਵੀ ਉੱਥੇ ਹੈ ਜਿਹਦੇ ਨਾਲ ਖੜ ਕੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਖੜ ਕੇ ਬੰਦਗੀ ਕਰਿਆ ਕਰਦੇ ਸਨ। ਤੇ ਉਹੀ ਇੱਕ ਉੱਥੇ ਚਵਾਰਾ, ਉੱਥੇ ਉਹ ਕਮਰਾ ਵੀ ਹੈ ਜਿੱਥੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਪ੍ਰਕਾਸ਼ ਧਾਰਨ ਕੀਤਾ ਸੀ। ਇਹੀ ਉਹ ਚਵਾਰਾ ਸਾਹਿਬ ਹੈ ਜਿੱਥੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਨਾਨਾ ਗੁਰਦੇਵ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ, ਪਿਤਾ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ, ਮਾਤਾ ਬੀਬੀ ਭਾਨੀ ਜੀ ਦੀ ਗੋਦ ਦਾ ਆਨੰਦ ਮਾਣਿਆ, ਇੱਥੇ ਪ੍ਰਾਪਤ ਕੀਤਾ। ਇਹ ਉੱਥੇ ਜ਼ਰੂਰ ਪਾਈ ਜਾਣਾ ਚਾਹੀਦਾ, ਦਰਸ਼ਨ ਕਰਨੇ ਚਾਹੀਦੇ ਨੇ। ਔਰ ਕਾਰਨ ਇਹ ਕਿ ਉੱਥੇ ਜਾ ਕੇ ਸਾਨੂੰ ਇਤਿਹਾਸ ਦਾ ਵੀ ਪਤਾ ਲੱਗੂ ਤੇ ਸਾਡਾ ਮਨ ਹੋਰ ਰੀਝ ਜਾਏਗਾ, ਹੋਰ ਸਾਡੇ ਮਨ ਦੇ ਵਿੱਚ ਆਨੰਦ ਆਵੇਗਾ ਸਤਿਗੁਰ ਜੀ। ਪਰ ਅੱਜ ਕੀ ਹੋਇਆ, ਜਦੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਜਾ ਰਹੇ ਨੇ ਨਾ ਉੱਥੇ ਨੂੰ, ਉੱਥੇ ਜਾਂਦੇ ਜਾਂਦੇ ਰਾਹ ਦੇ ਵਿੱਚੋਂ ਸਤਿਗੁਰ ਜੀ ਇੱਕ ਹੋਰ ਪਿੰਡ ਨੂੰ ਮੁੜ ਪਏ। ਤੇ ਜਦੋਂ ਪਿੰਡ ਨੂੰ ਮੁੜ ਪਏ, ਜਿਹੜੇ ਸਤਿਗੁਰ ਸੱਚੇ ਪਾਤਸ਼ਾਹ ਦੇ ਨਾਲ ਸੰਗਤ ਜਾ ਰਹੀ ਸੀ, ਉਹ ਆਖਣ ਲੱਗੇ, ਸਤਿਗੁਰ ਸੱਚੇ ਪਾਤਸ਼ਾਹ ਜੀ ਆਪਾਂ ਗੋਇੰਦਵਾਲ ਸਾਹਿਬ ਦੇ ਰਾਹ ਤੋਂ ਭਟਕ ਗਏ ਹਾਂ, ਆਪਾਂ ਹੋਰ ਰਾਹ ਨੂੰ ਜਾ ਰਹੇ। ਤੇ ਸਤਿਗੁਰ ਹੱਸ ਪਏ। ਹੱਸ ਕੇ ਜਿਸਲੇ ਇੱਕ ਨਗਰ ਦੇ ਵਿੱਚ ਚਲ ਗਿਆ, ਉੱਥੇ ਇੱਕ ਪ੍ਰੇਮੀ ਸਤਿਗੁਰ ਸੱਚੇ ਪਾਤਸ਼ਾਹ ਦਾ ਨਾਮ ਜਪਣ ਡਿਆ, ਆਨੰਦ ਦੇ ਵਿੱਚ ਭਿੱਜਾ ਹੋਇਆ, ਨਿਰੰਕਾਰ ਸੱਚੇ ਪਾਤਸ਼ਾਹ ਨੂੰ ਯਾਦ ਕਰ ਰਿਹਾ ਹਾਂ।
ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਫਿਰ ਉੱਥੇ ਇਹ ਸ਼ਬਦ ਉਚਾਰਨ ਕੀਤਾ, ਆਖਣ ਲੱਗੇ ਜ਼ਰੂਰੀ ਨਹੀਂ ਜਿੱਥੇ ਨਿਰੰਕਾਰ ਦੇ ਚਰਨ ਪਏ ਨੇ ਜਾਂ ਜਿਹੜੇ ਅਸਥਾਨ ਸਾਡੇ ਪਿਤਾ ਜੀ ਨੇ ਬਣਾਏ ਨੇ, ਅੰਮ੍ਰਿਤਸਰ ਦਰਬਾਰ ਸਾਹਿਬ ਔਰ ਜੋ ਉੱਥੇ ਬਾਕੀ ਦੇ ਅਸਥਾਨ ਨੇ, ਨਾਨਾ ਜੀ ਨੇ, ਨਾਨਾ ਗੁਰੂਦੇਵ ਨੇ ਗੋਇੰਦਵਾਲ ਸਾਹਿਬ ਬਣਾਇਆ, ਇਹ ਜਿਹੜੇ ਅਸਥਾਨ ਬਣਾਏ ਸਾਡੇ ਤੀਰਥਾਂ ਦੇ ਅਸਥਾਨ ਬਣਾਏ ਨੇ, ਇਹ ਤਾਂ ਸਦਾ ਹੀ ਉੱਚੇ ਤੇ ਸੁੱਚੇ ਹੀ ਰਹਿਣੇ ਨੇ। ਪਰ ਜ਼ਰੂਰੀ ਨਹੀਂ ਵੀ ਪਰਮਾਤਮਾ ਦਾ ਮਿਲਾਪ ਇੱਥੇ ਬੈਠ ਕੇ ਨਾਮ ਜਪਣ ਦੇ ਨਾਲ ਤੁਹਾਡਾ ਹੋਏਗਾ। ਕਹਿੰਦੇ ਜਿੱਥੇ ਚਿੱਤ ਕਰਦਾ ਉੱਥੇ ਨਾਮ ਜਪਿਆ ਜਾ ਸਕਦਾ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿੱਥੇ ਨਾਮ ਜਪੀਏ ਮੇਰੇ ਪਿਆਰੇ ਸਿਆਸਤਨ ਸੋਇਨ ਜਵਾਰੇ, ਜਿੱਥੇ ਵੀ ਉਹ ਅਕਾਲ ਪੁਰਖ ਪ੍ਰੀਤਮ ਦਾ ਪਿਆਰਾ ਬੈਠ ਕੇ ਉਹਦੀ ਬੰਦਗੀ ਕਰਨਾ ਪਊ, ਉਹਦੀ ਸਿਫਤ ਸਲਾਹ ਕਰਨਾ ਪਊ, ਉਹੀ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸੋਹਣੇ ਸਥਾਨ ਬਣ ਜਾਣਗੇ, ਸੋਹਣੇ ਸਥਾਨ ਬਣ ਜਾਂਦੇ ਨੇ। ਜਿੱਥੈ ਨਾਮ ਨ ਜਪੀਐ ਮੇਰੇ ਗੋਇੰਦਾ, ਸੇਈ ਨਗਰ ਉਜਾੜੀ ਜਿਉ। ਜਿੱਡਾ ਮਰਜੀ ਸ਼ਹਿਰ ਹੋਵੇ, ਰਾਜਿਆਂ ਦੇ ਰਾਜੇ ਨੇ ਕਿਸੇ ਨੇ ਬਣਾਇਆ ਹੋਵੇ, ਜਿੱਡਾ ਮਰਜੀ ਉਹ ਸ਼ਹਿਰ ਹੋਵੇ, ਜੇ ਪਰ ਜੇ ਉੱਥੇ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਨਹੀਂ ਹੁੰਦੀ, ਕਿ ਮਹਾਰਾਜ ਕਹਿੰਦੇ ਨਗਰ ਉਜੜ ਜਾਣੇ ਚਾਹੀਦੇ ਹਨ। ਹਰ ਰੁੱਖੀ ਰੋਟੀ ਖਾਏ ਸੰਭਾਲੇ, ਹਰ ਅੰਤਰ ਬਾਹਰ ਨਦਰ ਨਿਹਾਲੇ। ਜਿਹੜਾ ਭਾਵੇਂ ਅਤ ਦਾ ਗਰੀਬ ਹੋਵੇ, ਰੁੱਖੀ ਸੁੱਖੀ ਰੋਟੀ ਖਾ ਕੇ ਵੀ ਉਹ ਪਰਮਾਤਮਾ ਹਰੀ ਪ੍ਰੀਤ ਦੀ ਬੰਦਗੀ ਕਰਦਾ, ਉਹਦਾ ਸ਼ੁਕਰਾਨਾ ਕਰਦਾ, ਅੰਤਰ ਬਾਹਰ ਨਦਰ ਨਿਹਾਲੇ। ਸਦਾ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਉਹਦੇ ਉੱਤੇ ਮੇਰੀ ਕਿਰਪਾ ਬਣੀ ਰਹਿੰਦੀ ਹੈ। ਉਹ ਸਦਾ ਹੀ ਅੰਦਰੋਂ ਤੇ ਬਾਹਰੋਂ ਇੱਕ ਸੰਤੋਖੀ ਜੀਵਨ ਬਤੀਤ ਕਰਦਾ ਹੈ। ਸਾਰੇ ਸੰਸਾਰ ਨੂੰ ਉਹ ਮੇਰਾ ਹੀ ਰੂਪ ਦੇਖਦਾ ਹੈ। ਖਾਏ ਖਾਏ ਕਰੇ ਬਦ ਫੈਲੀ, ਜਾਣ ਵਿਸੂ ਕੀ ਵਾੜੀ ਜਿਉ। ਜਿਹੜੇ ਬਹੁਤ ਵੱਖਰੇ ਵੱਖਰੇ ਤਰ੍ਹਾਂ ਦੇ ਭੋਜਨ ਖਾਂਦੇ ਨੇ, ਜ਼ਹਿਰ ਰੂਪੀ ਭੋਜਨ ਖਾਂਦੇ ਨੇ ਜਾਂ ਪੀਂਦੇ ਨੇ, ਕਹਿੰਦੇ ਵੀ ਉਹ ਖਾ ਖਾ ਕੇ ਬਦਫੈਲੀ ਕਰੇ। ਕਈ ਵਾਰ ਤੁਸੀਂ ਮੈਂ ਤੱਕ ਇਹ ਦੇਖਿਆ ਹੋਇਆ ਹੈ ਕਿ ਅਸੀਂ ਇੱਕ ਬੁਰਕੀ ਲਾਉਂਦੇ ਹਾਂ। ਅਸੀਂ ਇੱਕ ਜਗ੍ਹਾ ਦੇ ਉੱਤੇ ਗਏ ਹੋਏ ਸਨ, ਸਾਡੇ ਨਾਲ ਕੋਈ ਹੋਰ ਵੀ ਪ੍ਰਾਣੀ ਗਏ ਹੋਏ ਸਨ, ਪਰ ਅਸੀਂ ਕੀ ਦੇਖਦੇ ਹਾਂ, ਇਹ ਇੱਧਰ ਕਿੰਨੀਆਂ ਵੱਲ ਦੀ ਗੱਲ ਹੈ ਕਿ ਉਹ ਜਿਹੜੇ ਸਾਡੇ ਨਾਲ ਗਏ ਹੋਏ ਸਨ ਉਹਨਾਂ ਦੇ ਅੰਦਰ ਅਮੀਰੀ ਵੀ ਸੀ ਤੇ ਉਹਨਾਂ ਦੇ ਅੰਦਰ ਭਾਈ ਹਉਮੈ ਵੀ ਬਹੁਤ ਸੀ। ਉਹ ਵਿਚਾਰੇ ਜਿਹੜੇ ਉੱਥੇ ਦੇ ਸੇਵਾਦਾਰ ਸਨ ਜਾਂ ਜਿਨ੍ਹਾਂ ਨੂੰ ਆਪਾਂ ਵੇਟਰ ਕਹਿ ਦਿੰਦੇ ਆ, ਜਾਂ ਜਿਹੜੇ ਉੱਥੇ ਦੇ ਸ਼ੈਫ ਸਨ, ਰੋਟੀ ਪੋਟੀ ਬਣਾ ਕੇ ਉਹ ਪੁੱਛ ਕੇ ਬਣਾਇਆ ਕਰਨ, ਉਹ ਚੱਕ ਕੇ ਛੱਡਦੇ ਸਨ, ਨਹੀਂ ਇਹ ਨਹੀਂ ਚੰਗਾ ਬਣਾਇਆ ਮੇਰੇ ਵਾਸਤੇ। ਪਰ ਸ਼ੁਕਰਾਨਾ ਕਰਨ ਦੀ ਜਗ੍ਹਾ ਦੇ ਉੱਤੇ ਸਗਾ ਉਹਨਾਂ ਨੂੰ ਮਾੜਾ ਚੰਗਾ ਵਿਚਾਰਿਆਂ ਨੂੰ ਕਹੀ ਜਾਣਾ। ਪਰ ਇਹ ਹੈ ਬਦਫੈਲੀ, ਜਿਹੜੀ ਕਿ ਉਸ ਦੀ ਕਦਰ ਨਹੀਂ ਕਰਨੀ, ਇਹਨੂੰ ਬਦਫੈਲੀ ਕਿਹਾ ਹੈ। ਜਿਹੜੇ ਰੁੱਖੀ ਸੁੱਖੀ ਖਾ ਕੇ ਸਤਿਗੁਰ ਦੀ ਤੇ ਉਹਦਾ ਸ਼ੁਕਰਾਨਾ ਕਰਦੇ ਨੇ, ਉਹ ਤਾਂ ਸਦਾ ਹੀ ਆਨੰਦ ਦੇ ਵਿੱਚ ਰਹਿੰਦੇ ਨੇ। ਪਰ ਜਿਹੜੇ ਇਸ ਕਰਕੇ ਕਹਿੰਦੇ ਰੱਜੇ ਨੂੰ ਹੋਰ ਰਜਾਓਗੇ ਤਾਂ ਉਲਟੀਆਂ ਹੀ ਕਰੂਗਾ, ਢਿੱਡ ਦੇ ਵਿੱਚ ਪੀੜ ਹੀ ਹੋਊਗੀ, ਮਾੜਾ ਚੰਗਾ ਹੀ ਆਖੂਗਾ, ਜੇ ਲੂਣ ਹੈ ਨਹੀਂ ਤੇ ਅੱਜ ਖੰਡ ਨਹੀਂ, ਇਹੀ ਕੁਛ ਕਰੂਗਾ। ਉਹ ਬਦਫੈਲੀ ਕਰਦੇ ਨੇ। ਕਹਿੰਦੇ ਜਿਹੜੇ ਫਿਰ ਬਦਫੈਲੀ ਕਰਦੇ ਨੇ ਉਹ ਕੀ ਹੁੰਦਾ, ਉਹਨਾਂ ਦੇ ਭੈੜੇ ਕਰਮ ਬਣਦੇ ਨੇ। ਜਾਣ ਵਿਸੁਕੀ ਵਾੜੀ ਜਿਉ, ਜਾਣ ਵਿਸੁਕੀ ਵਸੁਕੀ ਕੀ ਸਤਿਗੁਰ ਸੱਚੇ ਪਾਤਸ਼ਾਹ ਜੀ ਕੀ ਕਹਿੰਦੇ ਨੇ, ਵਿਸ ਹੁੰਦੀ ਜ਼ਹਿਰ, ਜ਼ਹਿਰ ਦੇ ਬਰਾਬਰ ਉਹਨਾਂ ਨੂੰ ਉਹ ਭੋਜਨ ਜਿਹੜਾ ਜ਼ਹਿਰ ਦੇ ਬਰਾਬਰ ਕੰਮ ਕਰਦਾ ਹੈ। ਇਸ ਕਾਰਨ ਕਰਕੇ ਉਹ ਵਿਸ਼ਿਆਂ ਵਿਕਾਰਾਂ ਦੇ ਵਿੱਚ ਫਸ ਜਾਂਦੇ ਨੇ, ਖਾ ਖਾ ਕੇ ਬਦਫੈਲੀ ਕਰ ਕਰਕੇ। ਤਾਂ ਉਹ ਇਸ ਕਾਰਨ ਕਰਕੇ ਉਹਨਾਂ ਦਾ ਜੀਵਨ ਜਿਹੜਾ ਹੈ ਉਹ ਬਹੁਤ ਅਸ਼ਾਂਤ ਰਹਿੰਦਾ ਹੈ ਔਰ ਉਸ ਨੂੰ ਅਨੇਕਾਂ ਤਰ੍ਹਾਂ ਦੇ ਚਿੰਤਾ ਦੇ ਰੋਗ ਲੱਗੇ ਰਹਿੰਦੇ ਹਨ। ਸੰਤਾਂ ਸੇਤੀ ਰੰਗ ਨ ਲਾਏ, ਸਾਕਤ ਸੰਗ ਵੇ ਕਰਮ ਕਮਾਏ। ਇੱਥੇ ਮਨਮੁਖਾਂ ਦੀ ਗੱਲ ਕੀਤੀ ਹੈ, ਜਾਂ ਜਿਹੜੇ ਅੱਜ ਦੇ ਸਮੇਂ ਦੇ ਵਿੱਚ ਆਪਾਂ ਜਿਨ੍ਹਾਂ ਨੂੰ ਅਮੀਰ ਕਹਿ ਦਿੰਦੇ, ਪ੍ਰਮਾਤਮਾ ਭੁੱਲ ਗਿਆ, ਉਹਨਾਂ ਦੀ ਗੱਲ ਕੀਤੀ। ਸਤਿਗੁਰ ਕਹਿੰਦੇ ਨੇ ਉਹ ਤਾਂ ਕਦੀ ਸੰਤਾਂ ਦੇ ਨਾਲ ਪ੍ਰੇਮ ਕਰਦੇ ਹੀ ਨਹੀਂ, ਉਹਦੇ ਸਤਿਗੁਰ ਦੇ ਬਖਸ਼ਿਆਂ ਦੇ ਨਾਲ ਉਹ ਪ੍ਰੇਮ ਕਰਦੇ ਹੀ ਨਹੀਂ ਹੈ, ਕਿ ਉਹਨਾਂ ਦੇ ਨਾਲ ਬਹਿੰਦੇ ਹੀ ਨਹੀਂ, ਉਹਨਾਂ ਦੇ ਕੋਲ ਵੀ ਬਹਿੰਦੇ ਨੇ। ਸਾਕਤ ਸੰਗ ਵਿਕਰਮ ਕਮਾਏ, ਜਿਹੜੇ ਮਨਮੁਖ ਨੇ, ਭੈੜੀ ਮੱਤ ਵਾਲੇ ਨੇ, ਜਿਨ੍ਹਾਂ ਦਾ ਜੀਵਨ ਇੱਥੇ ਅਜਾਈ ਜਾ ਰਿਹਾ, ਖੋਟੇ ਕਰਮ ਕਰ ਰਹੇ ਨੇ, ਉਹਨਾਂ ਨਾਲ ਵਹਿ ਕੇ ਵੀ ਇਹ ਜੀਵ ਵੀ ਆਪ ਖੋਟੇ ਕਰਮ ਕਰਦਾ ਹੈ। ਕਾਮੀ ਵਾਸ਼ਨਾ ਦੇ ਵਿੱਚ ਫਸਿਆ ਹੋਇਆ ਹੈ, ਰਸਨਾ ਦੀਆਂ ਵਾਸ਼ਨਾ ਦੇ ਵਿੱਚ ਫਸਿਆ ਹੋਇਆ ਕਰਕੇ
ਖੋਟੇ ਕਰਮ ਕਮਾਉਂਦਾ ਹੈ ਏਦੂ ਸੰਸਾਰ ਤੇ। ਦੁਲਭ ਦੇਖੋਈ ਅਗਿਆਨੀ ਜੜ ਆਪਣੀ ਆਪ ਉਪਾੜੀ ਜਿਉ। ਆ ਕਮਾਲ ਕਰ ਦਿੱਤੀ ਨਿਰੰਕਾਰ ਕਹਿੰਦੇ ਦੁਲਭ। ਦੁਲਭ ਦਾ ਮਤਲਬ ਹੁੰਦਾ ਜਿਹੜੀ ਬੜੀ ਮੁਸ਼ਕਲ ਦੇ ਨਾਲ ਕੋਈ ਚੀਜ਼ ਮਿਲੀ ਹੋਵੇ। ਦੁਲਭ ਦੇ ਕਹਿੰਦੇ ਬੜੀ ਮੁਸ਼ਕਲ ਦੇ ਨਾਲ ਇਹ ਦੇ ਜਿਹੜੀ ਇੱਥੇ ਸੰਸਾਰ ਦੇ ਉੱਤੇ ਜਨਮ ਮਰਨ ਖਤਮ ਕਰਨ ਵਾਸਤੇ ਸਵਾਸਾਂ ਦੀ ਪੂੰਜੀ ਵਾਹਿਗੁਰੂ ਨੇ ਦੇ ਕੇ ਸੰਸਾਰ ਤੇ ਜੀਵ ਨੂੰ ਭੇਜਿਆ। ਪਰ ਇਹ ਜਿਹੜੇ ਵਿਕਰਮੀ ਨੇ, ਜਿਹੜੇ ਮਨਮੁਖ ਨੇ, ਜਿਹੜੇ ਵਿਸ ਖਾ ਰਹੇ ਨੇ, ਮਾੜੇ ਕਰਮ ਕਰ ਰਹੇ ਨੇ, ਕਹਿੰਦੇ ਉਹ ਤਾਂ ਅਗਿਆਨੀ ਨੇ। ਅਗਿਆਨੀ ਦਾ ਮਤਲਬ ਹੁੰਦਾ ਜਿਨ੍ਹਾਂ ਦੇ ਅੰਦਰ ਗਿਆਨ ਨਾ ਹੋਵੇ, ਹਨੇਰਾ ਹੀ ਹਨੇਰਾ ਹੋਵੇ, ਅਗਿਆਨ ਦਾ ਹਨੇਰਾ ਹੋਵੇ, ਉਹਨਾਂ ਨੂੰ ਪਰਮਾਤਮਾ ਬਾਰੇ ਕੋਈ ਗਿਆਨ ਨਾ ਹੋਵੇ। ਕਹਿੰਦੇ ਉਹ ਇਸ ਸੰਸਾਰ ਦੇ ਉੱਤੇ ਇਹ ਮਨੁੱਖਾ ਦੇਹ ਨੂੰ ਦਾ ਨਾਸ਼ ਕਰੀ ਜਾਂਦੇ ਨੇ, ਖਤਮ ਕਰੀ ਜਾਂਦੇ ਨੇ। ਫਿਰ ਕੀ ਹੁੰਦਾ? ਜੜ ਆਪਣੀ ਆਪ ਅਪਾੜੀ ਜੀਓ। ਕਹਿੰਦੇ ਆਪਣੀ ਜੜ ਦਾ ਮਤਲਬ ਹੁੰਦਾ ਕਿ ਆਪਣਾ ਜਿਹੜਾ ਹੰਕਾਰ ਹੈ ਉਹਦੇ ਰਾਹੀਂ ਇਹ ਜਿਹੜੀ ਸਾਡਾ ਸਰੀਰ ਹੈ ਇਸ ਨੂੰ ਵਿਕਾਰ ਖਤਮ ਕਰ ਦਿੰਦੇ ਨੇ ਤੇ ਆਪਣੀ ਉਹ ਜੜ ਜਿਹੜੀ ਅਪਾੜ ਦਿੰਦੇ ਨੇ, ਪੱਟ ਦਿੰਦੇ ਨੇ। ਉਹਨਾਂ ਦੀ ਫੇ ਕੋਈ ਨਾ ਸੰਸਾਰ ਤੇ ਕੋਈ ਉਹਨਾਂ ਨੂੰ ਪੁੱਛਦਾ ਤੇ ਪਰਲੋਕ ਦੇ ਵਿੱਚ ਤਾਂ ਜਮਾ ਨੇ ਫੇ ਉਹਨਾਂ ਨੂੰ ਕੁੰਭੀ ਨਰਕਾਂ 'ਚ ਭੇਜਣਾ ਹੀ ਭੇਜਣਾ ਹੈ। ਤੇਰੀ ਸਰਣ ਮੇਰੇ ਦੀਨ ਦਇਆਲਾ ਸੁਖ ਸਾਗਰ ਮੇਰੇ ਗੁਰ ਗੋਪਾਲਾ। ਵਾਹਿਗੁਰੂ ਜੀ ਜਿਨ੍ਹਾਂ ਦੇ ਉੱਤੇ ਆਪਨੇ ਕਿਰਪਾ ਕਰਤੀ, ਦੀਨਾਂ ਦੇ ਦਿਆਲ ਤੇਰੀ ਸ਼ਰਨ ਦੇ ਵਿੱਚ ਉਹ ਆਣ ਕੇ ਡਿੱਗ ਪਏ। ਜਿਹੜੇ ਤੇਰੀ ਸ਼ਰਨ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜਾ ਗਏ, ਉਹਨਾਂ ਦੇ ਆਣ ਕੇ ਉਹਨਾਂ ਨੇ ਇਹ ਗੱਲ ਆਖੀ ਆਪ ਨੂੰ, ਭਈ ਤੁਸੀਂ ਸੁੱਖਾਂ ਦੇ ਸਾਗਰ ਹੋ ਗੁਰੂ ਗੋਪਾਲਾ ਜੀਓ, ਸੰਸਾਰ ਦੇ ਪ੍ਰਤਪਾਲਕ ਜੀ, ਪੂਜਨੀਕ ਪ੍ਰੀਤਮ ਜੀਓ, ਤੁਸੀਂ ਹੀ ਸੁੱਖਾਂ ਦੇ ਸਾਗਰ ਹੋ। ਇਸ ਕਰਕੇ ਮੈਂ ਜਨ ਬਣ ਕੇ ਤੇਰੇ ਚਰਨਾਂ 'ਚ ਆ ਗਿਆ ਹਾਂ। ਕਰ ਕਿਰਪਾ ਨਾਨਕ ਗੁਣ ਗਾਵੇ ਰਾਖੋ ਸਰਮ ਅਸਾੜੀ ਜਿਉ। ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ, ਕਹਿੰਦੇ ਕਰ ਕਿਰਪਾ ਨਾਨਕ ਗੁਣ ਗਾਵੇ। ਸਤਿਗੁਰੂ ਸਰੂਪ ਦੇ ਵਿੱਚ ਇਸ ਕਹਿੰਦੇ ਨੇ, ਸਮਝਾਉਂਦੇ ਸਾਨੂੰ ਨੇ, ਕਹਿੰਦੇ ਵੀ ਉਹਦੇ ਚਰਨਾਂ 'ਚ ਅਰਦਾਸ ਕਰ। ਇਹ ਜੀਵ ਮਨੁੱਖਾ ਦੇਹ ਪਾਈ ਜਿਹਨੇ ਦੁਰਲਭ ਦੇਹ ਪਾਈ ਹੈ, ਉਸ ਅਕਾਲ ਪੁਰਖ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਅਰਦਾਸ ਕਰਕੇ ਮੇਰੇ ਉੱਤੇ ਕਿਰਪਾ ਕਰੋ ਸਤਿਗੁਰ ਸੱਚੇ ਪਾਤਸ਼ਾਹ ਜੀ, ਕਿ ਮੇਰਾ ਜੀਵਨ ਇਸ ਤਰ੍ਹਾਂ ਬਣ ਜਾਵੇ ਕਿ ਮੈਂ ਹਰ ਵੇਲੇ ਆਪ ਜੀ ਦੇ ਗੁਣ ਗਾਵਾਂ ਰਹਾ। ਰਾਖੋ ਸਰਮ ਅਸਾੜੀ ਜਿਉ। ਲਾਜ ਪਤ ਸੰਸਾਰ ਤੇ ਵੀ ਤੁਸੀਂ ਸਤਿਗੁਰ ਜੀ ਰੱਖੋ ਕਿਰਪਾ ਕਰਕੇ। ਅਸੀਂ ਤਾਂ ਪੈਰ ਪੈਰ ਤੇ ਭੁੱਲਣਹਾਰ ਹਾਂ ਵਾਹਿਗੁਰੂ ਜੀਓ, ਪਰ ਤੁਸੀਂ ਅਕਾਲ ਪੁਰਖ ਸਾਨੂੰ ਸੁਚੇਤ ਕਰੋ, ਸਾਡੀ ਬਾਂਹ ਫੜ ਲਓ ਤੇ ਸੰਸਾਰ ਤੇ ਵੀ ਸਾਡੀ ਲਾਜਪਤ ਰੱਖੋ। ਤੇ ਅਕਾਲ ਪੁਰਖ ਨਿਰੰਕਾਰ ਜੀ ਪਰਲੋਕ ਦੇ ਵਿੱਚ ਵੀ ਆਪ ਨੇ ਹੀ ਸਾਡੀ ਲਾਜਪਤ ਰੱਖਣੀ ਹੈ। ਮਾਜ ਮਹਿਲਾ ਪੰਜਵਾਂ ਚਰਨ ਠਾਕੁਰ ਕੇ ਹਿਰਦੇ ਸਮਾਣੇ ਕਲ ਕਲੇਸ਼ ਸਭ ਦੂਰ ਪੈ ਆਣੇ। ਜਦੋਂ ਦੇ ਸਤਿਗੁਰ ਵਾਹਿਗੁਰੂ ਨਿਰੰਕਾਰ ਦੇ ਨਾਮ ਦੇ ਚਰਨ ਮੇਰੇ ਹਿਰਦੇ ਦੇ ਵਿੱਚ ਆਣ ਕੇ ਵਸ ਗਏ ਨੇ, ਉਦੋਂ ਤੋਂ ਕਲ ਕਲੇਸ਼ ਸਭ ਦੂਰ ਪਿਆਣੇ। ਜਿਹੜੇ ਮੈਨੂੰ ਅਨੇਕਾਂ ਤਰ੍ਹਾਂ ਦਾ ਕਲੇਸ਼ ਦੇ ਵਿੱਚ ਰੱਖਣ ਵਾਲੇ, ਚਿੰਤਾ ਦੇ ਰੋਗ ਲਾਉਣ ਵਾਲੇ ਇਹ ਜਿਹੜੇ ਤੱਤ ਸਨ, ਇਹ ਦੁੱਖ ਸਨ, ਸਾਰੇ ਦੂਰ ਚਲੇ ਗਏ ਹਨ। ਸ਼ਾਂਤ ਸੁਖ ਸਹਿਜ ਤੁਨ ਉਪਜੀ ਸਾਧੂ ਸੰਗ ਨਿਵਾਸਾ ਜੀਓ। ਇਸ ਨਾਮ ਦੀ ਕਿਰਪਾ ਦੇ ਨਾਲ ਮੈਨੂੰ ਸ਼ਾਂਤੀ ਪ੍ਰਾਪਤ ਹੋ ਗਈ, ਸੁਖ ਪ੍ਰਾਪਤ ਹੋ ਗਿਆ, ਸਹਿਜ ਅਡੋਲਤਾ ਪ੍ਰਾਪਤ ਹੋ ਗਈ। ਉਹ ਵਾਹਿਗੁਰੂ ਦੇ ਨਾਮ ਦੀ ਧੁਨ ਅੰਦਰੋਂ ਪ੍ਰਗਟ ਹੋ ਗਈ। ਕਦੋਂ ਤੋਂ? ਜਦੋਂ ਮੈਂ ਸਾਧੂ ਸੰਗ, ਸਾਧੂ ਇੱਥੇ ਵਾਹਿਗੁਰੂ ਨੂੰ ਆਖਿਆ ਹੈ, ਗੁਰੂ ਨੂੰ ਆਖਿਆ, ਜਦੋਂ ਮੈਂ ਗੁਰੂ ਦੀ ਸੰਗਤ ਦੇ ਵਿੱਚ ਆਣ ਕੇ ਉਹਨਾਂ ਦੇ ਮੋਰੇ ਅਰਦਾਸਾਂ ਕਰ ਕਰਕੇ ਇਹ ਨਾਮ ਨੂੰ ਪ੍ਰਗਟ ਕਰ ਲਿਆ। ਲਾਗੀ ਪ੍ਰੀਤ ਨ ਟੂਟੈ ਮੂਲੇ ਹਰ ਅੰਤਰ ਬਾਹਰ ਰਹਿਆ ਪਰ ਪੂਰੇ। ਪ੍ਰੀਤਮ ਜੀ ਮੇਰੀ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਹੈ ਵੀ ਇਸ ਤਰ੍ਹਾਂ ਦੇ ਸੰਤਾਂ ਵਾਹਿਗੁਰੂ ਦੇ ਪਿਆਰਿਆਂ ਦੇ ਗੁਰੂ ਦੇ ਨਾਲ ਮੇਰੀ ਪ੍ਰੀਤ ਲੱਗੀ ਰਹੇ, ਕਦੀ ਟੁੱਟੇ ਨਾ। ਹਰ ਅੰਤਰ ਬਾਹਰ ਰਿਹਾ ਭਰਪੂਰੇ, ਜਿਨ੍ਹਾਂ ਦੀ ਕਿਰਪਾ ਦੇ ਨਾਲ ਮੈਂ ਅੰਦਰੋਂ ਤੇ ਬਾਹਰੋਂ ਸਦਾ ਤ੍ਰਿਪਤ ਰਹਿੰਦਾ ਹਾਂ। ਸਿਮਰ 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 ਗੁਣ ਗਾਵਾਂ ਕਾਟੀ ਜਮ ਕੀ ਫਾਸਾ ਜੀਓ। ਜਿਨ੍ਹਾਂ ਦੀ ਕਿਰਪਾ ਦੇ ਨਾਲ ਮੈਂ ਨਾਮ ਨੂੰ ਪ੍ਰਗਟ ਕੀਤਾ, ਉਹਨੂੰ ਮੈਂ ਸਿਮਰ ਰਿਹਾ ਹਾਂ, ਉਸ ਨੂੰ ਆਰਾਧ ਰਿਹਾ ਹਾਂ, ਉਸ ਨੂੰ ਮੈਂ ਜਪ ਰਿਹਾ ਹਾਂ। ਮੈਂ ਉਸ ਦੀ ਵਡਿਆਈ ਕਰ ਕਰਕੇ ਜੀਵਨ ਸਫਲ ਕਰ ਰਿਹਾ ਹਾਂ। ਜਿਨ੍ਹਾਂ ਦੇ ਕਿਰਪਾ ਦੇ ਨਾਲ ਮੈਂ ਜਮਾਂ ਦੀ ਫਾਸੀ ਜਿਹੜੀ ਹੈ, ਜਮਾਂ ਦੇ ਸੰਗਲ ਜਿਹੜੇ ਨੇ
ਇਹ ਸਾਰੇ ਖਤਮ ਕਰ ਦਿੱਤੇ, ਕੱਟ ਦਿੱਤੇ ਨੇ ਅਕਾਲ ਪੁਰਖ ਮੇਰੇ ਗੁਰੂ ਨੇ। ਅੰਮ੍ਰਿਤ ਬਰਖੈ ਅਨਹਦ ਬਾਣੀ, ਮਨ ਤਨ ਅੰਤਰ ਸ਼ਾਂਤ ਸਮਾਣੀ। ਸਦਾ ਅਮਰ ਰਹਿਣ ਵਾਲਾ ਉਹ ਵਾਹਿਗੁਰੂ ਨਾਮ ਜਿਹੜਾ ਪ੍ਰਗਟ ਹੁੰਦਾ ਹੈ, ਉਹਦੀ ਕਿਰਪਾ ਦੇ ਨਾਲ ਸਦਾ ਮੇਰੇ ਅੰਦਰ ਅਨਹਦ ਉਹ ਸ਼ਬਦ ਜਿਹੜਾ ਉਹ ਬਾਣੀ ਹੈ, ਉਹ ਸ਼ਬਦ ਜਿਹੜਾ ਹੈ ਉਹ ਹਰ ਵੇਲੇ ਮੈਨੂੰ ਇੱਕ ਰਸ ਦੇ ਵਿੱਚ ਅੰਮ੍ਰਿਤ ਦੀ ਮੇਰੇ ਉੱਤੇ ਵਰਖਾ ਕਰ ਰਿਹਾ ਹੈ। ਨਾਮ ਮੇਰੇ ਉੱਤੇ ਐਸੀ ਅੰਮ੍ਰਿਤ ਦੀ ਵਰਖਾ ਕਰ ਰਿਹਾ ਹੈ ਜਿਸ ਅੰਮ੍ਰਿਤ ਦੇ ਬਰੋਬਰ ਹੋਰ ਕੋਈ ਚੀਜ਼ ਨਹੀਂ। ਤੇ ਮਨ ਤਨ ਅੰਤਰ ਸ਼ਾਂਤ ਸਮਾਣੇ, ਜਿਨ੍ਹਾਂ ਨੂੰ ਇਹਦੀ ਸੋਝੀ ਆ ਗਈ, ਜਿਨ੍ਹਾਂ ਵਿਰਲਿਆਂ ਨੇ ਉਹ ਮਨ ਤਨ ਹਿਰਦੇ ਦੇ ਵਿੱਚ ਟਿਕਾ ਕੇ ਉਸ ਨਾਮ ਨੂੰ ਜਪਦੇ ਰਹੇ, ਉਹ ਅੰਤਰ ਸ਼ਾਂਤ ਸਮਾਣੇ, ਉਹਨਾਂ ਦੇ ਅੰਦਰ ਸੰਪੂਰਨ ਤੌਰ ਦੇ ਉੱਤੇ ਸ਼ਾਂਤੀ ਉਹਨਾਂ ਦੇ ਬਣ ਗਈ। ਵਾਹਿਗੁਰੂ ਨੇ ਕਿਰਪਾ ਕਰ ਦਿੱਤੀ। ਫਿਰ ਸਿਰ ਤੇ ਆਰੇ ਚੱਲਣ, ਤਤੀਆਂ ਦੇਗਾਂ ਦੇ ਵਿੱਚ ਬਾਲਣ, ਜਾਂ ਭਾਈ ਗੋਲੀਆਂ ਤੇ ਤੋਪਾਂ ਦੇ ਅੱਗੇ ਖੜੇ ਹੋਣ, ਉਹ ਜਿਹੜੀ ਸ਼ਾਂਤੀ ਹੈ, ਉਹ ਜਿਹੜਾ ਉਹਨਾਂ ਦਾ ਪ੍ਰੇਮ ਹੈ ਵਾਹਿਗੁਰੂ ਨਾਲ, ਉਹਦੇ ਵਿੱਚ ਬਿਲਕੁਲ ਤੋਟ ਨਹੀਂ ਆਉਂਦੀ। ਤ੍ਰਿਪਤ ਅਘਾਏ ਰਹੇ ਜਨ ਤੇਰੇ, ਸਤਿਗੁਰ ਕੀਆ ਦਿਲਾਸਾ ਜੀਓ। ਵਾਹਿਗੁਰੂ ਨੇ ਕਿਰਪਾ ਕਰ ਦਿੱਤੀ ਆਪਣੇ ਪਿਆਰਿਆਂ ਦੇ ਉੱਤੇ, ਜਿਹੜੇ ਜਨ ਨੇ, ਜਿਹੜੇ ਸਤਿਗੁਰ ਸੱਚੇ ਪਾਤਸ਼ਾਹ ਦੇ ਸੇਵਾਦਾਰ ਬਣ ਗਏ। ਮੈਂ ਮੇਰੀ ਖਤਮ ਕਰ ਦਿੱਤੀ, ਸਤਿਗੁਰ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਤ੍ਰਿਪਤ ਕਰ ਦਿੱਤਾ, ਰਜਾ ਦਿੱਤਾ ਹਰ ਵਸਤੂ ਦੇ ਨਾਲ। ਸਤਿਗੁਰ ਕੀਆ ਦਿਲਾਸਾ ਜੀਓ, ਸਤਿਗੁਰਾਂ ਨੇ ਉਹਨਾਂ ਨੂੰ ਧੀਰਜ ਦੇ ਦਿੱਤਾ, ਟਿਕਾ ਦੇ ਦਿੱਤਾ। ਜਿਸ ਕਾ ਸਾ ਤਿਸ ਤੇ ਫਲ ਪਾਇਆ, ਕਰ ਕਿਰਪਾ ਪ੍ਰਭ ਸੰਗ ਮਿਲਾਇਆ। ਜਿਸ ਕਾ ਸਾਥ, ਜਿਹਦਾ ਮੈਂ ਦਾਸ ਹਾਂ, ਜਿਹਦਾ ਮੈਂ ਸੇਵਾਦਾਰ ਹਾਂ, ਜਿਹਦਾ ਮੈਂ ਸਿੱਖ ਹਾਂ, ਕਹਿੰਦੇ ਉਹਦੀ ਕਿਰਪਾ ਦੇ ਨਾਲ ਤਿਸ ਤੇ ਉਸ ਪ੍ਰੀਤਮ ਦੇ ਕੋਲੋਂ ਮੈਂ ਸਾਰੇ ਫਲ ਪਾ ਲਏ। ਕਿਉਂਕਿ ਅਸੀਂ ਇੱਕ ਦੇ ਪੁਜਾਰੀ ਹਾਂ, ਅਸੀਂ ਇੱਕ ਦੇ ਹੀ ਸੇਵਾਦਾਰ ਹਾਂ, ਅਸੀਂ ਇੱਕ ਦੀ ਹੀ ਸੰਗਤ ਕਰਨ ਵਾਲੇ ਹਾਂ। ਉਹ ਇੱਕ ਕੌਣ ਹੈ? ਨਿਰੰਕਾਰ ਵਾਹਿਗੁਰੂ ਪ੍ਰੀਤਮ ਸੱਚਾ ਵਾਹਿਗੁਰੂ ਧੰਨ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀਓ। ਉਹ ਜਿਸ ਲਈ ਅਸੀਂ ਇੱਕ ਦੀ ਸੰਗਤ ਦੇ ਵਿੱਚ ਬਹਿੰਦੇ ਹਾਂ ਤੇ ਇੱਕ ਦੇ ਨਾਲ ਜੁੜਦੇ ਹਾਂ, ਫਿਰ ਸਾਡੇ ਅੰਦਰੋਂ ਭਰਮ ਖਤਮ ਹੋ ਗਿਆ। ਅਸੀਂ ਤਾਂ ਸਾਰੇ ਫਲ ਮਾਲਕ ਸੱਚੇ ਪਾਤਸ਼ਾਹ ਤੋਂ ਪ੍ਰਾਪਤ ਕਰ ਲੈਂਦੇ ਹਾਂ। ਕਰ ਕਿਰਪਾ ਪ੍ਰਭ ਸੰਗ ਮਿਲਾ, ਕਹਿੰਦੇ ਇੱਥੇ ਹੀ ਬਸ ਨਹੀਂ, ਫਲਾਂ ਦੀ ਗੱਲ ਨਹੀਂ ਵੀ ਇੱਥੇ ਸੰਸਾਰ ਦੇ ਤ੍ਰਿਪਤ ਨਹੀਂ ਕਰਦਾ। ਕਹਿੰਦੇ ਮੇਰੀ ਤਾਂ ਕਿਰਪਾ ਵਾਹਿਗੁਰੂ ਨੇ ਕਰ ਦਿੱਤੀ, ਮੈਂ ਤੇ ਉਹ ਅਕਾਲ ਪੁਰਖ ਨਿਰੰਕਾਰ ਅਭੇਦ ਵੀ ਹੋ ਗਏ ਹਾਂ। ਆਵਣ ਜਾਣ ਰਹੇ ਵਡ ਭਾਗੀ, ਨਾਨਕ ਪੂਰਨ ਆਸਾ ਜੀਓ। ਹੁਣ ਮੇਰੀ ਕਿਤੇ ਕਿਰਪਾ ਕਰਦੀ ਹੋ ਵਾਹਿਗੁਰੂ ਸੱਚੇ ਪਾਤਸ਼ਾਹ ਨੇ, ਮੈਂ ਵੱਡੇ ਭਾਗਾਂ ਵਾਲਾ ਬਣ ਗਿਆ ਹਾਂ ਭਾਈ। ਵੱਡੇ ਭਾਗਾਂ ਵਾਲਾ ਉਸ ਅਕਾਲ ਪੁਰਖ ਨੇ ਕਿਰਪਾ ਕਰਕੇ ਮੈਨੂੰ ਬਣਾ ਦਿੱਤਾ। ਵੱਡੇ ਭਾਗਾਂ ਦੇ ਨਾਲ ਉਹ ਨਾਮ ਮੈਂ ਜਪਿਆ, ਉਸ ਨਾਮ ਦੀ ਮੈਂ ਦਿਨ ਰਾਤ ਆਰਾਧਨਾ ਕੀਤੀ ਤੇ ਵਾਹਿਗੁਰੂ ਨੇ ਮੇਰੇ ਤੇ ਕਿਰਪਾ ਕਰਦੀ, ਮੇਰਾ ਆਉਣਾ ਜਾਣਾ ਸੰਸਾਰ ਤੇ ਖਤਮ ਕਰ ਦਿੱਤਾ। ਤੇ ਨਿਰੰਕਾਰ ਸੱਚੇ ਪਾਤਸ਼ਾਹ ਨੇ ਮੇਰੀਆਂ ਸਾਰੀਆਂ ਆਸਾਂ ਪੂਰੀਆਂ ਕਰਨ ਦਿੱਤੀਆਂ, ਮੇਰੇ ਉੱਤੇ ਰਹਿਮਤ ਕੀਤੀ। ਇਹ ਸੰਸਾਰ ਦੇ ਉੱਤੇ ਅੱਜ ਗੁਰੂ ਨਿਰੰਕਾਰ ਸੱਚੇ ਪਾਤਸ਼ਾਹ ਜੀ, ਉਹ ਵਾਹਿਗੁਰੂ ਅਕਾਲ ਪੁਰਖ ਨਿਰੰਕਾਰ ਨਿਰਭਉ ਨਿਰਵੈਰ ਦੀ ਉਸਤਤ ਵਡਿਆਈ ਕਰਦੇ ਹੋਏ ਇਸ ਸੰਸਾਰ ਨੂੰ ਦੱਸ ਰਹੇ ਨੇ, ਜਿਹੜਾ ਇਦੋਂ ਸੰਸਾਰ ਦਾ ਕਰਤਾ ਹੈ, ਜਿਹੜਾ ਸੰਸਾਰ ਦਾ ਪ੍ਰਤਪਾਲਕ ਹੈ, ਪਾਲਣਾ ਕਰਨ ਵਾਲਾ ਹੈ, ਉਹ ਕਿੰਨਾ ਦਿਆਲੂ ਹੈ, ਕਿੰਨਾ ਕਿਰਪਾਲੂ ਹੈ ਤੇ ਕਿੰਨਾ ਬੇਪਰਵਾਹ ਹੈ। ਉਹ ਹਰ ਇੱਕ ਦੇ ਉੱਤੇ ਇੱਕ ਰੂਪ ਦੇ ਵਿੱਚ ਸਾਰਿਆਂ ਦੇ ਉੱਤੇ ਕਿਰਪਾ ਕਰਦੇ ਨੇ। ਸੋ ਇਸ ਕਰਕੇ ਸੰਸਾਰ ਦੇ ਜੀਵੋ, ਜਿੰਨੀ ਵੀ ਤੁਹਾਡੀ ਆਰਜਾ ਰਹਿੰਦੀ ਹੈ, ਸੁੱਤੇ ਹੋਏ ਤੁਸੀਂ ਮਾਇਆ ਦੇ ਜਾਲ ਦੇ ਵਿੱਚ ਫਸੇ ਨਿਕਲ ਕੇ ਇਹ ਗੂੜੀ ਨੀਂਦ ਦੇ ਵਿੱਚ ਉੱਠ ਕੇ ਉਹ ਨਿਰੰਕਾਰ ਜਿਹੜਾ ਹਰ ਵਸਤੂ ਦਾ ਮਾਲਕ, ਉਹਦਾ ਸ਼ੁਕਰਾਨਾ ਕਰੋ, ਉਸ ਦੇ ਨਾਲ ਜੁੜ ਜਾਵੋ। ਉਹ ਅਕਾਲ ਪੁਰਖ ਐਸਾ ਹੈ ਜਿਹੜਾ ਕਿ ਤੁਹਾਡਾ ਸੰਸਾਰ ਤੇ ਆਉਣਾ ਜਾਣਾ ਖਤਮ ਕਰ ਦੇਵੇਗਾ। ਤੁਸੀਂ ਮੁੜ ਕੇ ਮਾਤ ਗਰਭ ਦੇ ਵਿੱਚ ਨਹੀਂ ਆਵੋਗੇ ਤੇ ਤੁਹਾਡੀਆਂ ਸਾਰੀਆਂ ਆਸਾਂ ਪੂਰੀਆਂ ਕਰਨ ਵਾਲਾ ਨਿਰੰਕਾਰ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੀ ਸੇਵਾ ਕਰਦੇ ਹੋ। ਅਨੇਕਾਂ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਏ ਨੇ, ਗੁਰੂ ਕੀ ਸੰਗਤ ਬਖਸ਼ਣਾ। ਇਹ ਜੋ ਰੋਜ਼ ਆਪ ਜੀ ਦੀ ਸੇਵਾ ਦੇ ਵਿੱਚ ਸਮਾਂ ਗੁਰੂ ਜੀ ਲਵਾ ਰਹੇ ਨੇ ਔਰ ਦੇਹ ਰੋਗ ਤਾਂ ਆਪ ਜੀ ਦੀ ਕਿਰਪਾ ਦੇ ਨਾਲ ਪ੍ਰਾਪਤ ਹੋ ਰਹੀ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਆਪ ਦੇ ਹਿਰਦੇ ਦੇ ਵਿੱਚ ਉਹ ਨਾਮ ਨੂੰ ਪ੍ਰਗਟ ਕਰਨ, ਇਹ ਸਾਡੀ ਨਿਤ ਦੀ ਅਰਦਾਸ ਹੈ। ਉਦੋਂ ਨਾਮ ਦੇ ਰਾਹੀਂ ਤੁਸੀਂ ਵੀ ਇਸ ਸੰਸਾਰ ਦੇ ਉੱਤੋਂ ਆਪਣੀਆਂ ਆਸਾਂ ਪੂਰੀਆਂ ਕਰਕੇ ਇਹ ਜੀਵਨ ਕਾਲ ਦੇ ਵਿੱਚ ਜਨਮ ਮਰਨ ਨੂੰ ਖਤਮ ਕਰਕੇ ਨਿਰੰਕਾਰ ਦੇ ਵਿੱਚ ਅਭੇਦ ਹੋ ਸਕੋ। ਮਿਹਰਬਾਨ ਦਿਆਲੂ ਕਿਰਪਾਲੂ
ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਫਤਿਹ ਬੁਲਾ ਕੇ ਛੁੱਟੀਆਂ ਬਖਸ਼ਿਸ਼ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।